ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦੀਵੇ ਵਾਂਗ ਬਲਦੀ ਅੱਖ ਦੀ ਕਹਾਣੀ ਹੈ। ਵਿਰਲਾਂ ਵਿੱਚੋਂ ਝਾਕਦਾ ਹਨੇਰਾ। ਉਹ ਮੇਰੇ ਸਾਹਮਣੇ ਖਲੋਤਾ ਸੀ, ਕਾਲਾ। ਦਿਨ ਰਾਤ ਉਹ ਮੇਰੇ ਸਾਹਮਣੇ ਹੀ ਰਹਿੰਦਾ ਸੀ, ਪਰ ਉਹਨੂੰ ਕਦੀ ਨਾ ਮੈਂ ਧਿਆਨ ਨਾਲ ਦੇਖਿਆ ਸੀ ਤੇ ਨਾ ਹੀ ਉਸ ਬਾਰੇ ਕਦੀ ਕੁਝ ਸੋਚਿਆ ਸੀ। ਸ਼ਾਇਦ ਉਹਨੇ ਆਪ ਵੀ ਕਦੀ ਆਪਣੇ ਆਪ ਨੂੰ ਧਿਆਨ ਨਾਲ ਨਹੀਂ ਸੀ ਦੇਖਿਆ ਤੇ ਆਪਣੇ ਬਾਰੇ ਕੁਝ ਨਹੀਂ ਸੀ ਸੋਚਿਆ। ਅਸਲ 'ਚ ਉਹਦੇ 'ਚ ਦੇਖਣ ਵਾਲੀ ਜਾਂ ਉਹਦੇ ਬਾਰੇ ਸੋਚਣ ਵਾਲੀ ਕੋਈ ਗੱਲ ਹੈ ਵੀ ਨਹੀਂ ਸੀ। ਸ਼ਾਇਦ ਉਹ ਆਪ ਵੀ ਆਪਣੇ ਬਾਰੇ ਇਉਂ ਹੀ ਮਹਿਸੂਸ ਕਰਦਾ ਸੀ। ਉਹ ਇਸ ਦਫ਼ਤਰ ਦਾ, ਮੇਰੇ ਦਫ਼ਤਰ ਦਾ ਚਪੜਾਸੀ ਸੀ, ਇਸ ਆਮ ਜਿਹੇ ਸ਼ਹਿਰ ਦੀ ਕਾਮ ਜੀ ਗਲੀ ਦਾ ਵਸਨੀਕ। ਅਧਿਕਾਰੀ ਤੇ ਕਰਮਚਾਰੀ ਬਦਲਦੇ ਰਹਿੰਦੇ ਸਨ, ਪਰ ਉਹ ਅਨੇਕ ਸਾਲਾਂ ਤੋਂ ਇੱਥੇ ਹੀ ਕੰਮ ਕਰ ਰਿਹਾ ਸੀ। ਇਸੇ ਦਫ਼ਤਰ 'ਚ ਚਪੜਾਸੀ ਆਪਣੇ ਜੱਦੀ ਸ਼ਹਿਰ 'ਚ ਟਿਕਿਆ ਹੋਇਆ। ਜਦੋਂ ਵਿਹਲਾ ਹੁੰਦਾ, ਉਹ ਮੇਰੇ ਦਫ਼ਤਰ ਦੇ ਕਮਰੇ ਦੇ ਦਰਵਾਜ਼ੇ ਉੱਤੇ ਲਟਕਦੀ ਚਿੱਕ ਦੇ ਬਾਹਰ ਸਟੂਲ ਰੱਖ ਕੇ ਬੈਠਾ ਰਹਿੰਦਾ, ਮੇਰੇ ਘੰਟੀ ਵਜਾਉਣ ਜਾਂ ਆਵਾਜ਼ ਦੇਣ ਦੀ ਉਡੀਕ 'ਚ। ਕੰਮ ਤੋਂ ਟਲਣਾ ਵਿਚਾਰੇ ਨੂੰ ਸ਼ਾਇਦ ਆਉਂਦਾ ਹੀ ਨਹੀਂ ਸੀ। ਜੇ ਉਹ ਇੰਨਾ ਹੁਸ਼ਿਆਰ ਹੁੰਦਾ ਤਾਂ ਚਪੜਾਸੀ ਲੱਗਣ ਜੋਗਾ ਹੀ ਕਿਉਂ ਰਹਿ ਜਾਂਦਾ। ਜੀ ਜੀ, ਹਾਂਜੀ ਹਾਂਜੀ ਹੀ ਉਹਦਾ ਸ਼ਬਦ ਤੇ ਉਹਦਾ ਸ਼ਲੋਕ ਸੀ। ਇਹੋ ਹਰ ਗੱਲ ਦੇ ਜਵਾਬ ਵਿੱਚ ਸਾਰਾ ਦਿਨ ਰੱਟਦਾ ਰਹਿੰਦਾ। ਮੈਂ ਤਾਂ ਕਦੀ ਇਹ ਵੀ ਨਹੀਂ ਸੀ ਸੋਚਿਆ ਕਿ ਉਹ ਸਿੱਖ ਹੈ ਜਾਂ ਹਿੰਦੂ। ਸਿਰ ਦੇ ਅੱਧ ਮੁੰਨੇ ਜੇ ਵਾਲਾਂ ਉੱਤੇ ਉਹ ਪੱਗ ਬੰਨ੍ਹ ਲੈਂਦਾ। ਨਾ ਉਹ ਵਾਲ ਇੰਨੀ ਚੰਗੀ ਤਰ੍ਹਾਂ ਮੁੰਨਦਾ ਕਿ ਸਿਰ ਨੰਗਾ ਰੱਖਿਆ ਜਾ ਸਕੇ, ਤੇ ਨਾ ਹੀ ਉਹ ਵਾਲ ਇੰਨੇ ਲੰਮੇ ਰੱਖਦਾ ਕਿ ਜੂੜਾ ਹੋ ਕੇ ਉਹਨਾਂ ਉੱਤੇ ਪੱਗ ਸੋਹਣੀ ਲੱਗੇ। ਦਾੜੀ ਕਦੀ ਕਦੀ ਲਾਪਰ ਛੱਡਦਾ। ਬੇਢੱਬੇ ਜੇ ਢੰਗ ਨਾਲ ਕਤਰੀ ਹੋਈ ਉਹਦੀ ਦਾੜੀ ਇਉਂ ਲੱਗਦੀ ਜਿਵੇਂ ਕਿਸੇ ਅਣਜਾਣ ਬੰਦੇ ਨੇ ਖੇਤ 'ਚੋਂ ਚਾਰਾ ਵੱਢਿਆ ਹੋਵੇ। ਅਸਲ 'ਚ ਉਹਨੂੰ ਤੁਰੇ ਫਿਰਦਿਆਂ, ਬੋਲਦਿਆਂ ਜਾਂ ਕੰਮ ਕਰਦਿਆਂ ਵੇਖ ਕੇ ਕਦੀ ਇਹ ਖਿਆਲ ਕਰਨ ਦੀ ਲੋੜ ਹੀ ਨਹੀਂ ਸੀ ਪੈਂਦੀ ਕਿ ਉਹ ਸਿੱਖ ਹੈ ਜਾਂ ਹਿੰਦੂ। ਬਸ ਉਹ ਆਦਮੀ ਜਾਪਦਾ, ਜੰਮਣ ਕੰਮ ਕਰਦਿਆਂ, ਵੱਡਾ ਹੋਣ ਤੇ ਕੰਮ ਕਰਦਿਆਂ ਹੀ ਮਰ ਜਾਣ ਵਾਲਾ ਮਨੁੱਖ। ਆਪਣੀ ਕਮਾਈ ਨਾਲ ਦਾਲ ਰੋਟੀ ਖਾ ਛੱਡਣ ਵਾਲਾ, ਮੋਟਾ ਖਰਾੜਾ ਪਹਿਨ ਛੱਡਣ ਵਾਲਾ, ਇਹਨਾਂ ਸਖਤ ਸਮਿਆਂ 'ਚ ਔਖਾ ਸੌਖਾ ਹੋ ਕੇ ਕਿਵੇਂ ਨਾ ਕਿਵੇਂ ਗੁਜ਼ਾਰਾ ਕਰ ਛੱਡਣ ਵਾਲਾ ਮਨੁੱਖ। ਪਤਾ ਨਹੀਂ ਉਹ ਕੱਚਾ ਪਿੱਲਾ ਸਿੱਖ ਸੀ ਜੋ ਕੇਸ ਦਾੜੀ ਸਾਂਭਣ ਦੀ ਘੋਲ ਕਰਦਾ ਹੋਇਆ ਕਦੀ ਕਦੀ ਕੈਂਚੀ ਫੇਰ ਛੱਡਿਆ ਕਰਦਾ ਸੀ। ਪਤਾ ਨਹੀਂ ਉਹ ਆਲਸੀ ਹਿੰਦੂ ਸੀ ਜੋ ਰੋਜ਼ ਗੱਲਾਂ ਨੂੰ ਰਗੜਾ ਲਾਉਣ ਤੋਂ ਘੋਲ ਕਰਦਾ ਹੋਇਆ ਦਾੜੀ ਸਿਰ ਅੱਧੇ ਮੁੰਨੇ ਰੱਖ ਛੱਡਦਾ ਸੀ। ਉਂਝ ਜੇ ਉਹ ਕੁਛ ਦਿਨ ਕੈਂਚੀ ਨਾ ਚੁੱਕੇ ਤਾਂ ਸਿੱਖ ਲੱਗ ਸਕਦਾ ਸੀ, ਕਾਲਾ ਸਿੰਘ, ਤੇ ਜੇ ਉਹ ਇੱਕ ਦਿਨ ਨਾਈ ਦੇ ਜਾ ਬੈਠੇ ਤਾਂ ਹਿੰਦੂ ਲੱਗ ਸਕਦਾ ਸੀ, ਕਾਲਾ ਰਾਮ। ਪਰ ਹੁਣ ਉਹ ਨਾ ਸਿੱਖ ਸੀ, ਨਾ ਹਿੰਦੂ, ਨਾ ਕਾਲਾ ਸਿੰਘ, ਨਾ ਕਾਲਾ ਰਾਮ, ਬਸ ਕਾਲਾ ਸੀ। ਮੈਂ ਹੋਰ ਕਿਸੇ ਨੂੰ ਵੀ ਕਦੀ ਉਹਨੂੰ ਕਾਲਾ ਸਿੰਘ ਜਾਂ ਕਾਲਾ ਰਾਮ ਆਖ ਕੇ ਬੁਲਾਉਂਦਿਆਂ ਨਹੀਂ ਸੀ ਸੁਣਿਆ। ਜੇ ਕਦੇ ਕੋਈ ਉਹਦੇ ਨਾਂ 'ਚ ਕੁਛ ਅਦਲਾ ਬਦਲੀ ਕਰਦਾ ਵੀ, ਵੱਧ ਤੋਂ ਵੱਧ ਉਹਨੂੰ ਕਾਲਾ ਨਾ ਆਖ ਕੇ ਕਾਲੂ ਕਹਿ ਛੱਡਦਾ। ਹੁਣ ਜਦੋਂ ਮੇਰੇ ਮੂਹਰੇ ਅਖਬਾਰ ਦਾ ਇਸ਼ਤਿਹਾਰ ਵਾਲਾ ਸਫਾ ਰੱਖਦਿਆਂ ਆਪਣਾ ਅਜੀਬ ਸਵਾਲ ਲੈ ਕੇ ਖਲੋਤਾ ਸੀ, ਮੈਨੂੰ ਪਹਿਲੀ ਵਾਰ ਉਹਦੇ ਧਰਮ ਬਾਰੇ ਸੋਚਣਾ ਪੈ ਰਿਹਾ ਸੀ। ਮੈਂ ਆਪਣੇ ਆਪ 'ਚ ਹੈਰਾਨ ਹੋਇਆ ਕਿ ਇਹ ਆਦਮੀ, ਇਹ ਕਾਲਾ ਜਾਂ ਕਾਲੂ, ਦਿਨ ਰਾਤ ਮੇਰੇ ਕੋਲ ਰਹਿੰਦਾ ਸੀ, ਮੇਰੇ ਸਾਹਮਣੇ ਫਿਰਦਾ ਸੀ, ਪਰ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਸਿੱਖ ਸੀ ਜਾਂ ਹਿੰਦੂ। ਅੱਜ ਮੈਨੂੰ ਅਚਾਨਕ ਇਹ ਗੱਲ ਯਾਦ ਕਰਕੇ ਬੜਾ ਅਜੀਬ ਲੱਗਿਆ ਕਿ ਕਾਗਜ਼ਾਂ 'ਚ ਵੀ ਉਹਦਾ ਨਾਂ ਕੇਵਲ ਕਾਲਾ ਹੀ ਸੀ, ਨਾ ਕਾਲਾ ਸਿੰਘ, ਨਾ ਕਾਲਾ ਰਾਮ। ਪਹਿਲਾਂ ਕਦੀ ਮੇਰਾ ਇਸ ਨਿਰਰਥਕ ਗੱਲ ਵੱਲ ਧਿਆਨ ਹੀ ਨਹੀਂ ਸੀ ਗਿਆ। ਮੈਂ ਕਦੀ ਉਹਨੂੰ ਕੋਈ ਰੀਤ ਰਸਮ ਕਰਦਿਆਂ ਵੀ ਨਹੀਂ ਸੀ ਦੇਖਿਆ। ਕੰਮ ਹੀ ਉਹਦੀ ਰੀਤ ਰਸਮ ਸੀ। ਮੈਂ ਕਦੀ ਉਹਨੂੰ ਕੋਈ ਸ਼ਬਦ ਸ਼ਲੋਕ ਉਚਾਰਦਿਆਂ ਵੀ ਨਹੀਂ ਸੀ ਸੁਣਿਆ। ਜੀ ਜੀ, ਹਾਂਜੀ ਉਹਦਾ ਸ਼ਬਦ ਸ਼ਲੋਕ ਹੁੰਦਾ ਸੀ। ਪਰ ਇਹ ਤਾਂ ਸ਼ਾਇਦ ਮੇਰੀ ਭੁੱਲ ਸੀ। ਉਹ ਕੁਝ ਤਾਂ ਹੋਏਗਾ ਹੀ। ਉਹ ਕੇਵਲ ਮਨੁੱਖ ਕਿਵੇਂ ਹੋ ਸਕਦਾ ਸੀ? ਉਹ ਸਿੱਖ ਮਨੁੱਖ ਹੋਏਗਾ ਜਾਂ ਹਿੰਦੂ ਮਨੁੱਖ? ਜੇ ਉਹ ਆਪ ਸਿੱਖ ਜਾਂ ਹਿੰਦੂ ਨਹੀਂ ਸੀ ਤਾਂ ਉਹਦਾ ਪਿਓ ਤੇ ਉਹਦੇ ਪਿਓ ਦਾ ਪਿਓ ਜਾਂ ਸਿੱਖ ਜਾਂ ਹਿੰਦੂ ਹੋਣਗੇ। ਉਸ ਮੇਮਣੇ ਵਾਂਗ ਜਿਹਦੇ ਪਿਓ ਜਾਂ ਪਿਓ ਦੇ ਪਿਓ ਨੇ ਬਘਿਆੜ ਦੇ ਪੀਣ ਵਾਲਾ ਨਦੀ ਦਾ ਪਾਣੀ ਗੰਧਲਾ ਤੇ ਜੂਠਾ ਕਰ ਦਿੱਤਾ ਸੀ। ਮੇਜ਼ ਉੱਤੇ ਮੇਰੇ ਸਾਹਮਣੇ ਵਿਛਾਏ ਹੋਏ ਉਹਦੇ ਅਖਬਾਰ ਤੋਂ ਨਜ਼ਰ ਚੁੱਕ ਕੇ ਮੈਂ ਉਹਦੇ ਮੂੰਹ ਵੱਲ ਦੇਖਿਆ। ਇਹ ਕਾਲਾ ਜਿਹਨੂੰ ਮੈਂ ਕੇਵਲ ਕਾਲੇ ਦੇ ਰੂਪ 'ਚ ਹੀ ਦੇਖਿਆ ਹੈ, ਆਖਰ ਕਾਲਾ ਸਿੰਘ ਹੈ ਜਾਂ ਕਾਲਾ ਰਾਮ? ਪਰ ਕਾਲਾ ਤਾਂ ਉੱਥੇ ਹੈ ਹੀ ਨਹੀਂ ਸੀ, ਨਾ ਕਾਲਾ ਸਿੰਘ ਦੇ ਰੂਪ 'ਚ, ਨਾ ਕਾਲਾ ਰਾਮ ਦੇ ਰੂਪ 'ਚ। ਉੱਥੇ ਤਾਂ ਕਾਲੇ ਖਾਂ ਖਲੋਤਾ ਸੀ। ਮੇਰੇ ਪਿੰਡ ਵਾਲਾ ਕਾਲੇ ਖਾਂ, ਇੱਥੋਂ ਕਿੰਨੇ ਕੋ ਦੂਰ ਦੇ ਮੇਰੇ ਪਿੰਡ ਵਾਲਾ ਕਾਲੇ ਖਾਂ, ਅੱਜ ਤੋਂ ਕਈ ਸਾਲ ਪਹਿਲਾਂ ਵਾਲਾ, ਸਗੋਂ ਕਈ ਦਹਾਕੇ ਪਹਿਲਾਂ ਵਾਲਾ ਕਾਲੇ ਖਾਂ। ਮੇਰੇ ਪਿੰਡ ਵਾਲੇ ਕਾਲੇ ਖਾਂ ਨੂੰ ਮਰਿਆਂ 30 ਵਰ੍ਹੇ ਹੋ ਗਏ ਸੀ, ਪਰ ਉਹ ਫੇਰ ਮੇਰੇ ਸਾਹਮਣੇ ਖਲੋਤਾ ਸੀ, ਸਾਮਰ ਤੱਕ, ਆਪਣੇ ਪੂਰੇ ਕੱਦ ਕਾਠ ਨਾਲ। ਇਹ ਕਾਲੇ ਖਾਂ ਸੀ ਜਾਂ ਕਾਲੇ ਖਾਂ ਦਾ ਭੂਤ? ਮਰਿਆਂ ਦੇ ਤਾਂ ਭੂਤ ਹੀ ਹੁੰਦੇ ਆ, ਤੇ ਭੂਤਾਂ ਬਾਰੇ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਜਾਂਦਾ, ਉਹ ਦਿਸਦੇ ਨਹੀਂ ਹੁੰਦੇ। ਉਹਨਾਂ ਨਾਲ ਕਦੀ ਕਿਸੇ ਦਾ ਸਾਹਮਣਾ ਨਹੀਂ ਹੁੰਦਾ, ਬਸ ਉਹਨਾਂ ਬਾਰੇ ਗੱਲਾਂ ਅੱਗੇ ਤੋਂ ਅੱਗੇ ਤੁਰਦੀਆਂ ਰਹਿੰਦੀਆਂ। ਪਰ ਹੁਣ ਜਦੋਂ 30 ਵਰ੍ਹੇ ਪਹਿਲਾਂ ਮਰੇ ਕਾਲੇ ਖਾਂ ਦਾ ਭੂਤ ਮੇਰੇ ਸਾਹਮਣੇ ਖਲੋਤਾ ਸੀ ਤਾਂ ਭੈ ਦੀ ਕੰਬਣੀ ਤਾਂ ਸਿਰ ਤੋਂ ਪੈਰਾਂ ਤੱਕ ਫਿਰੀ ਜਾਣੀ ਹੋਈ। ਕਾਲੇ ਖਾਂ ਨਾਂ ਤੋਂ ਹੀ ਸਪਸ਼ਟ ਹੈ
ਸਾਡੇ ਪਿੰਡ ਦੇ ਇੱਕ ਮੁਸਲਮਾਨ ਪਰਿਵਾਰ ਵਿੱਚੋਂ ਸੀ। ਪਰਿਵਾਰ ਵੀ ਕੀ, ਜਦੋਂ ਦਾ ਮੈਂ ਉਹਨੂੰ ਦੇਖ ਰਿਹਾ ਸੀ ਉਹ ਕੱਲੀ ਜਾਨ ਸੀ। ਬਸ ਜੀ ਦਾ ਜੀ, ਦਮ ਦਾ ਦਮ। ਬੇਰੀ ਦੀਆਂ ਸੋਟੀਆਂ ਜੋੜ ਕੇ ਬਣਾਇਆ ਫਾਟਕ ਖੋਲ ਕੇ ਉਹ ਆਪਣੇ ਵਿਹੜੇ 'ਚ ਪੈਰ ਧਰਦਾ ਤਾਂ ਘਰ ਵਸ ਪੈਂਦਾ, ਨਹੀਂ ਤਾਂ ਸੁੰਨੇ ਕੱਚੇ ਮਕਾਨ ਦੀਆਂ ਅਣਲਿੱਪੀਆਂ ਕੰਧਾਂ ਕਿਸੇ ਸੱਚਮੁੱਚ ਦੇ ਭੂਤ ਘਰ ਵਾਂਗ ਹੀ ਭਾਂ ਕਰਦੀਆਂ ਰਹਿੰਦੀਆਂ। ਸਬੱਬ ਨਾਲ ਉਸ ਛੋਟੀ ਜਿਹੀ ਗਲੀ ਦੇ ਸਾਰੇ ਮਕਾਨ ਹੀ ਸਿੱਖ ਜੱਟਾਂ ਦੇ ਡੰਗਰਾਂ ਵਾਲੇ ਵਾੜੇ ਸਨ ਜਾਂ ਤੂੜੀ ਨੀਰੇ ਵਾਲੇ ਕੋਠੜੇ, ਤੇ ਉਹਨਾਂ 'ਚ ਇੱਕ ਇਹ ਕਾਲੇ ਖਾਂ ਦਾ ਘਰ ਸੀ। ਪਰ ਪਿੰਡ ਵਾਲੇ ਪਤਾ ਨਹੀਂ ਕਿਉਂ ਉਹਨੂੰ ਵੀ ਕਾਲੇ ਖਾਂ ਦਾ ਘਰ ਨਹੀਂ ਸੀ ਆਖਦੇ, ਕਾਲੇ ਖਾਂ ਦਾ ਵਾੜਾ ਹੀ ਆਖਦੇ। ਉਦੋਂ ਮੈਨੂੰ ਪਿੰਡ ਵਾਲਿਆਂ ਦੀ ਅਕਲ ਉੱਤੇ ਹਾਸਾ ਆਉਂਦਾ ਸੀ, ਪਰ ਹੁਣ ਲੱਗਦਾ ਕਿ ਉਹ ਠੀਕ ਹੀ ਸਨ। ਕਾਲੇ ਖਾਂ ਵਰਗਿਆਂ ਦੇ ਘਰ ਨਹੀਂ ਹੁੰਦੇ, ਵਾੜੇ ਹੀ ਹੁੰਦੇ ਆ। ਪਿੱਛੇ ਇੱਕ ਕੱਚੀ ਕੋਠੜੀ ਸੀ ਜਿਹਦੇ ਚੌੜੀਆਂ ਵਿਰਲਾਂ ਵਾਲੇ ਤਖਤੇ ਸਨ, ਨਾ ਕੋਈ ਖਿੜਕੀ ਨਾ ਕੋਈ ਮੋਗਾ। ਜਦੋਂ ਕਦੀ ਅਸੀਂ ਛੋਟੇ ਮੁੰਡਿਆਂ ਨੇ ਆਮ ਕਰਕੇ ਸੁੰਨੀ ਰਹਿੰਦੀ ਉਸ ਗਲੀ ਵਿੱਚੋਂ ਦੀ ਲੰਘਣਾ, ਇਹਨਾਂ ਵਿਰਲਾਂ ਵਿੱਚੋਂ ਦੀ ਸਿਖਰ ਦੁਪਹਿਰੇ ਵੀ ਝਾਕ ਰਿਹਾ ਕੋਠੜੀ ਦਾ ਹਨੇਰਾ ਬੜਾ ਡਰਾਉਣਾ ਤੇ ਰਹੱਸ ਭਰਿਆ ਲੱਗਣਾ। ਕਦੇ ਕੋਈ ਸ਼ੈਤਾਨ ਮੁੰਡਾ ਕਾਲੇ ਦੇ ਵਾੜੇ ਦੇ ਸਾਹਮਣੇ ਅਚਾਨਕ ਨਾਲ ਦੇ ਕਿਸੇ ਦੂਜੇ ਮੁੰਡੇ ਨੂੰ ਉਹਦੇ ਫਾਟਕ ਵੱਲ ਧੱਕਾ ਦੇ ਦਿੰਦਾ। ਬਾਕੀ ਸਾਰੇ ਮੁੰਡੇ ਭੂਤ ਕਹਿੰਦੇ ਹੋਏ ਭੱਜ ਪੈਂਦੇ ਤੇ ਡਿੱਗਿਆ ਹੋਇਆ ਮੁੰਡਾ ਡਰਿਆ ਹੋਇਆ ਛੇਤੀ ਉੱਠਦਾ ਤੇ ਕੱਪੜੇ ਝਾੜਦਾ ਤੇ ਗਾਲਾਂ ਦਿੰਦਾ ਹੋਇਆ ਸਭਨਾਂ ਦੇ ਪਿੱਛੇ ਭੱਜਦਾ। ਉਹ ਸੱਚਮੁੱਚ ਇਉਂ ਘਬਰਾਇਆ ਹੋਇਆ ਹੁੰਦਾ ਜਿਵੇਂ ਕਾਲੇ ਖਾਂ ਦੇ ਵਾੜੇ ਦੇ ਫਾਟਕ 'ਚ ਨਹੀਂ, ਸਗੋਂ ਕਿਸੇ ਭੂਤ ਪ੍ਰੇਤ ਵਿੱਚ ਹੀ ਜਾ ਵੱਜਿਆ ਹੋਵੇ। ਕੋਠੜੀ ਦੇ ਬਾਹਰ ਸੱਜੇ ਹੱਥ ਕਾਲੇ ਖਾਂ ਨੇ ਇੱਕ ਸਤੀਰ ਛੱਤਿਆ ਹੋਇਆ ਸੀ। ਛੋਟੇ ਜਿਹੇ ਇਸ ਛੱਤੜੇ ਹੇਠ ਬਸ ਇੱਕ ਚੁੱਲ੍ਹਾ ਸੀ ਤੇ ਉਹਦਾ ਸਹਾਰਾ ਲੈ ਕੇ ਖਲੋਤਾ ਹੋਇਆ ਇੱਕ ਪੁਰਾਣਾ ਤਵਾ ਸੀ ਜਿਹਦੇ ਕੰਢੇ ਮੱਚ ਕੇ ਭੁਰੇ ਹੋਏ ਸਨ। ਭੂਤਾਂ ਦੇ ਡੇਰੇ ਵਾਂਗ ਇਸ ਚੁੱਲ੍ਹੇ ਚੌਂਕੇ ਵਿੱਚ ਉਸ ਸਮੇਂ ਰੌਣਕ ਹੁੰਦੀ ਜਦੋਂ ਕਦੀ ਕਾਲੇ ਖਾਂ ਨੇ ਇੱਥੇ ਕੁਝ ਰਿੰਨਣਾ ਪਕਾਉਣਾ ਹੁੰਦਾ। ਉਹਦੀ ਆਟਾ ਗੁੰਨਣ ਵਾਲੀ ਮਿੱਟੀ ਦੀ ਕਨਾਲੀ, ਮਿੱਟੀ ਦਾ ਥੱਪਣਾ, ਚਿਮਟਾ, ਫੂਕਣੀ ਸੁੰਨੇ ਛਤੜੇ ਨੂੰ ਰੰਗ ਭਾਗ ਲਾ ਦਿੰਦੇ ਤੇ ਜਦੋਂ ਘਰੋਂ ਬਾਹਰ ਜਾਣ ਲੱਗਿਆ ਸਭ ਕੁਝ ਸਮੇਟ ਕੇ ਕੋਠੜੀ 'ਚ ਰੱਖ ਜਾਂਦਾ। ਭੂਤਾਂ ਦੇ ਉੱਠ ਚੁੱਕੇ ਡੇਰੇ ਵਾਂਗ ਹੀ ਪਿੱਛੇ ਬਸ ਅੱਧ ਮੱਚੇ ਛੱਟੀਆਂ ਕਾਨੇ ਰਹਿ ਜਾਂਦੇ ਜਾਂ ਚੁੱਲ੍ਹੇ ਦੀਆਂ ਕੰਧਾਂ ਵਿਚਕਾਰ ਫਸੀ ਹੋਈ ਸੁਆਹ ਜੋ ਹਵਾ ਦੇ ਬੁੱਲਿਆਂ ਨਾਲ ਸਰਕ ਕੇ ਵਿਹੜੇ 'ਚ ਖਿੰਡਦੀ ਰਹਿੰਦੀ। ਹੁਣ ਜਦੋਂ ਕਾਲੇ ਖਾਂ ਦਾ ਭੂਤ ਮੇਰੇ ਸਾਹਮਣੇ ਖਲੋਤਾ ਸੀ, ਉਹਦੇ ਪਿੱਛੋਂ ਮੇਰੇ ਦਫ਼ਤਰ ਦੇ ਕਮਰੇ ਦੀ ਕੰਧ ਲੋਪ ਹੋ ਗਈ ਤੇ ਮੇਰੀਆਂ ਅੱਖਾਂ ਅੱਗੇ ਉਹ ਕਾਲੇ ਖਾਂ ਦਾ ਵਾੜਾ ਸਾਕਾਰ ਹੋ ਗਿਆ। ਹੁਣ ਕਾਲੇ ਖਾਂ ਮੇਰੇ ਸਾਹਮਣੇ ਮੇਰੇ ਦਫ਼ਤਰ 'ਚ ਨਹੀਂ, ਸਗੋਂ ਆਪਣੇ ਵਾੜੇ ਦੇ ਵਿਹੜੇ 'ਚ ਖਲੋਤਾ ਹੋਇਆ ਸੀ, ਆਪਣੀ ਕੋਠੜੀ ਦੇ ਸਾਹਮਣੇ ਜਿਹਦੇ ਬੰਦ ਤਖਤਿਆਂ ਦੀਆਂ ਚੌੜੀਆਂ ਵਿਰਲਾਂ ਵਿੱਚੋਂ ਹਨੇਰਾ ਅਜੇ ਵੀ ਉਸੇ ਤਰ੍ਹਾਂ ਬਾਹਰ ਝਾਕ ਰਿਹਾ ਸੀ। ਕਾਲੇ ਖਾਂ ਮੁਸਲਮਾਨ ਤਾਂ ਸੀ, ਪਰ ਕੌਣ ਮੁਸਲਮਾਨ? ਸਾਡੇ ਪਿੰਡ ਮੁਸਲਮਾਨ ਸਾਰੇ ਕੰਮੀ ਸਨ, ਗਰੀਬੜੇ ਜਿਹੇ, ਨਿਮਾਣੇ ਜਿਹੇ, ਕੁਮਾਰ, ਤੇਲੀ, ਜੁਲਾਹੇ। ਉਹ ਪਿੰਡ ਦੇ ਘਰਾਂ ਦੇ ਆਪਣੇ ਹਿੱਸੇ ਆਏ ਹੋਏ ਕੰਮ ਧੰਦੇ ਕਰਦੇ, ਮਿੱਟੀ ਦੇ ਭਾਂਡੇ ਬਣਾਉਂਦੇ, ਸਰੋਂ ਪੀੜਦੇ ਤੇ ਖੱਦਰ ਖੇਸ ਬੁਣਦੇ। ਪਰ ਕਾਲੇ ਖਾਂ ਪਤਾ ਨਹੀਂ ਕਿਹਨਾਂ ਵਿੱਚੋਂ ਸੀ। ਜੇ ਉਹਦੇ ਵਾੜੇ ਦੇ ਨਾਲ ਲੱਗਦੇ ਹੋਏ ਮੁਸਲਮਾਨਾਂ ਦੇ ਕੁਝ ਘਰ ਹੋਰ ਹੁੰਦੇ, ਮੈਂ ਹੁਣ ਉਹਨਾਂ ਤੋਂ ਹੀ ਅੰਦਾਜ਼ਾ ਲਾ ਲੈਂਦਾ। ਪਰ ਉਹਦਾ ਤਾਂ ਕੱਲਾ ਵਾੜਾ ਸੀ, ਜੱਟਾਂ ਸਿੱਖਾਂ ਦੇ ਪਸ਼ੂਆਂ ਵਾਲੇ ਵਾੜਿਆਂ ਤੇ ਤੂੜੀ ਨੀਰੇ ਵਾਲੇ ਕੋਠਿਆਂ ਦੇ ਵਿਚਕਾਰ। ਪਿੰਡ ਵਾਲਿਆਂ ਨੂੰ ਤਾਂ ਉਹਦੇ ਪਿਛੋਕੇ ਦਾ ਪਤਾ ਹੋਏਗਾ ਹੀ, ਪਰ ਮੈਂ ਤਾਂ ਉਦੋਂ ਅਜੇ ਬੱਚਾ ਸੀ। ਉਹਦੇ ਪਿਛੋਕੇ ਦੀ ਗੱਲ ਮੇਰੀ ਜਾਣਕਾਰੀ ਵਿੱਚ ਨਹੀਂ ਸੀ। ਹੁਣ ਨਾ ਇਹ ਜਾਣਨ ਦਾ ਕੋਈ ਸਾਧਨ ਹੈ ਤੇ ਨਾ ਸ਼ਾਇਦ ਇਹਦੀ ਕੋਈ ਲੋੜ ਹੀ ਹੈ। ਕਾਲੇ ਖਾਂ ਆਪ ਕੁਝ ਵੀ ਨਹੀਂ ਸੀ, ਨਾ ਘੁਮਿਆਰ, ਨਾ ਤੇਲੀ, ਨਾ ਜੁਲਾਹਾ। ਹਾਂ, ਉਹਦੇ ਮਾਪੇ ਜਾਂ ਮਾਪਿਆਂ ਦੇ ਮਾਪੇ ਬਘਿਆੜ ਦਾ ਪਾਣੀ ਗੰਧਲਾ ਤੇ ਜੂਠਾ ਕਰਨ ਵਾਲੇ ਮੇਮਨੇ ਦੇ ਪਿਓ ਜਾਂ ਪਿਓ ਦੇ ਪਿਓ ਵਾਂਗ ਜ਼ਰੂਰ ਕੁਝ ਹੋਣਗੇ, ਘੁਮਾਰ, ਤੇਲੀ ਜਾਂ ਜੁਲਾਹੇ। ਪਰ ਉਹਦੇ ਵੱਡ ਵਡੇਰੇ ਕੁਝ ਵੀ ਰਹੇ ਹੋਣ, ਇਹਦੇ ਨਾਲ ਅਸਲ ਗੱਲ 'ਚ ਕੋਈ ਫਰਕ ਨਹੀਂ ਪੈਂਦਾ। ਕਾਲੇ ਖਾਂ ਦੇ ਮਾਪਿਆਂ ਨੂੰ ਮੇਰੇ ਦੇਖਣ ਦਾ ਸਵਾਲ ਕਿੱਥੇ ਸੀ? ਮੈਂ ਜਦੋਂ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ, ਕਾਲੇ ਖਾਂ ਬੁੜਾ ਹੋ ਚੁੱਕਿਆ ਸੀ। ਦੁੱਧ ਚਿੱਟੀ ਉਹਦੀ ਦਾੜੀ ਸੀ, ਬਿਲਕੁਲ ਜੱਗਰ ਸਿੰਘ ਦੀ ਦਾੜੀ ਵਰਗੀ, ਜਿਹਨੂੰ ਕੀਰਤਨ ਸਮੇਂ ਢੋਲਕੀ ਵਜਾਉਂਦਾ ਹੋਣ ਕਰਕੇ ਸਾਰੇ ਪਿੰਡ ਦੇ ਲੋਕ ਜੱਗਰ ਸਿੰਘ ਢੋਲਕੀ ਵਾਲਾ ਕਿਹਾ ਕਰਦੇ ਸਨ। ਬਸ ਜੱਗਰ ਸਿੰਘ ਦੀ ਮੁੱਛ ਦਾੜੀ ਤੇ ਕਾਲੇ ਖਾਂ ਦੀ ਮੁੱਛ ਦਾੜੀ 'ਚ ਇੱਕ ਫਰਕ ਸੀ। ਜੱਗਰ ਸਿੰਘ ਦੀਆਂ ਮੁੱਛਾਂ ਸਾਬਤੀਆਂ ਸਨ, ਭਰਵੇਂ ਰੇਸ਼ਮੀ ਮੁਛਹਿਰੇ, ਤੇ ਕਾਲੇ ਖਾਂ ਦੀਆਂ ਮੁੱਛਾਂ ਨੱਕ ਹੇਠੋਂ ਕਤਰੀਆਂ ਹੋਈਆਂ ਹੁੰਦੀਆਂ ਸਨ, ਜੋ ਸਾਨੂੰ ਛੋਟੇ ਮੁੰਡਿਆਂ ਨੂੰ ਉਦੋਂ ਬੜੀਆਂ ਅਜੀਬ ਲੱਗਦੀਆਂ ਹੁੰਦੀਆਂ ਸਨ। ਕਾਲੇ ਖਾਂ ਨੇ ਇਹ ਪੂਰਾ ਨਾਂ ਕਾਲੇ ਖਾਂ ਵੀ ਮੈਂ ਪਤਾ ਨਹੀਂ ਕਿਉਂ ਲੈਣ ਲੱਗ ਪਿਆ। ਸ਼ਾਇਦ ਪੜ੍ਹ ਲਿਖ ਕੇ ਕੁਝ ਇੱਜ਼ਤ ਨਾਲ ਬੋਲਣਾ ਆ ਗਿਆ ਜਾਂ ਇਉਂ ਬੋਲਣ ਦੀ ਆਦਤ ਜੀ ਪੈ ਗਈ ਹੈ, ਨਹੀਂ ਤਾਂ ਪਿੰਡ ਦਾ ਸਾਰਾ ਉਹਨੂੰ ਕਾਲਾ ਹੀ ਆਖਦਾ ਸੀ। ਹਾਂ, ਪਿੰਡ 'ਚ ਕਿਉਂਕਿ ਉਹਦੇ ਸਮੇਤ ਕਈ ਕਾਲੇ ਸਨ। ਲੋਕਾਂ ਨੇ ਨਖੇੜੇ ਲਈ ਹਰੇਕ ਨਾਲ ਇੱਕ ਸ਼ਬਦ ਵਿਸ਼ੇਸ਼ਣ ਵਜੋਂ ਹੋਰ ਜੋੜ ਲਿਆ ਸੀ, ਜਿਵੇਂ ਕਾਲਾ ਰਾਮ ਹਟਵਾਣੀਏ ਨੂੰ ਮਹਿੰਗਾ ਭਾਅ ਲਾ ਕੇ ਵੀ ਘੱਟ ਜੋਖ ਦਾ ਹੋਣ ਕਰਕੇ ਉਹ ਕਾਲਾ ਚੋਰ ਆਖਦੇ। ਕਾਲਾ ਸਿੰਘ ਜੱਟ ਨੂੰ ਖੁੱਲੇ ਹੱਡਾਂ ਪੈਰਾਂ ਨਾਲ
ਬੇਟਬੇ ਸਰੀਰ ਵਾਲਾ ਹੋਣ ਕਰਕੇ ਉਹ ਕਾਲਾ ਡੌਂਚਲ ਆਖਦੇ। ਕਾਲਾ ਸਿੰਘ ਹੌਲਦਾਰ ਨੂੰ ਹਰਤੇ ਕਰਤੇ ਫੌਜ ਦੀਆਂ ਗੱਲਾਂ ਹੀ ਕਰਦੇ ਰਹਿਣ ਕਰਕੇ ਉਹ ਕਾਲਾ ਕਮਾਂਡਰ ਆਖਦੇ ਤੇ ਇਸ ਕਾਲੇ ਖਾਂ ਨੂੰ ਕਾਲਾ ਚੌਕੀਦਾਰ। ਅਸਲ 'ਚ ਕਾਲਾ ਜੇ ਚੌਕੀਦਾਰ ਨਾ ਹੁੰਦਾ ਕੁਝ ਵੀ ਹੁੰਦਾ, ਉਹ ਕਾਲਾ ਘੱਟ ਸੀ, ਚੌਕੀਦਾਰ ਬਹੁਤਾ। ਇਹ ਇਸ ਕਰਕੇ ਨਹੀਂ ਸੀ ਕਿ ਕਾਲੇ ਨੂੰ 2 ਅੱਖਰ ਲੱਗਦੇ ਸਨ ਤੇ ਚੌਕੀਦਾਰ ਨੂੰ 4। ਉਂਝ ਵੀ ਕਾਲਾ ਜੇ ਚੌਕੀਦਾਰ ਨਾ ਹੁੰਦਾ ਕੁਝ ਹੋਰ ਹੁੰਦਾ, ਕੁਝ ਵੀ ਹੋਰ। ਕਾਲਾ ਘੁਮਿਆਰ, ਕਾਲਾ ਤੇਲੀ ਜਾਂ ਕਾਲਾ ਜੁਲਾਹਾ, ਕਿਸੇ ਨੇ ਉਹਦੀ ਹੋਂਦ ਗੋਲਣੀ ਨਹੀਂ ਸੀ। ਪਿੰਡ ਦੇ ਕਮੀਆਂ ਨਾਲ ਵਰਤੋਂ ਵਿਹਾਰ ਤਾਂ ਜੱਟਾਂ ਦੇ ਘਰਾਂ ਦੀਆਂ ਤੀਵੀਆਂ ਨੂੰ ਰੱਖਣਾ ਪੈਂਦਾ ਸੀ। ਮਿੱਟੀ ਦੇ ਭਾਂਡੇ ਲੈਣ, ਸਰੋਂ ਦੀ ਕਹਾਣੀ ਕਢਾਉਣ ਜਾਂ ਖੱਦਰ ਦਾ ਲੀੜਾ ਕੱਪੜਾ ਬਣਵਾਉਣ ਜੱਟੀਆਂ ਨਹੀਂ ਉਹਨਾਂ ਦੇ ਘਰੇ ਜਾਣਾ ਆਉਣਾ ਹੁੰਦਾ ਜਾਂ ਉਹਨਾਂ ਨੇ ਜੱਟੀਆਂ ਕੋਲ ਆਉਣਾ ਜਾਣਾ ਹੁੰਦਾ। ਤੇ ਕਾਲਾ ਜੇ ਚੌਕੀਦਾਰ ਹੋਣ ਦੀ ਥਾਂ ਘੁਮਿਆਰ, ਤੇਲੀ ਜਾਂ ਜੁਲਾਹਾ ਹੁੰਦਾ ਤਾਂ ਜੱਟੀਆਂ ਭਲਾ ਵਸਦੇ ਘਰਾਂ ਵਾਲੇ ਬਾਲ ਬੱਚਿਆਂ ਵਾਲੇ ਕਮੀਆਂ ਨਾਲ ਵਰਤੋਂ ਵਿਹਾਰ ਕਰਦੀਆਂ ਜਾਂ ਸੁੰਨੀ ਗਲੀ ਵਿੱਚ ਘਰ ਸੁੰਨੇ ਵਾੜੇ 'ਚ ਰਹਿੰਦੇ ਕੱਲ ਮੁਕੱਲੇ ਕਾਲੇ ਨਾਲ। ਸੋ ਕਾਲਾ ਚੌਕੀਦਾਰ ਅਸਲ 'ਚ ਕਾਲਾ ਘੱਟ ਸੀ, ਚੌਕੀਦਾਰ ਬਹੁਤਾ। ਸਗੋਂ ਉਹ ਤਾਂ ਬਸ ਚੌਕੀਦਾਰ ਹੀ ਸੀ। ਕਾਲੇ ਵਰਗਾ ਚੌਕੀਦਾਰ 20 ਕੋਹ ਤੱਕ ਨਾ ਹੋਣ ਬਾਰੇ ਤਾਂ ਮੈਨੂੰ ਯਾਦ ਹੈ ਪਿੰਡ ਦੇ ਲੋਕ ਆਮ ਹੀ ਗੱਲਾਂ ਕਰਿਆ ਕਰਦੇ ਸੀ। ਸ਼ਾਇਦ ਮੇਰੇ ਪਿੰਡ ਦੇ ਲੋਕਾਂ ਦੀ ਕਲਪਨਾ ਦੀ ਉਡਾਨ 20 ਕੋਹ ਤੱਕ ਹੀ ਹੋ ਸਕਦੀ ਸੀ, ਪਰ ਕੀ ਪਤਾ ਉਹ ਤੋਂ ਪਰੇ ਵੀ ਕੋਈ ਉਹਦੇ ਵਰਗਾ ਹੈ ਸੀ ਜਾਂ ਨਹੀਂ। ਤੇ 20 ਕੋਹ ਤੱਕ ਉਹਨੂੰ ਨਿਵੇਕਲਾ ਬਣਾਉਣ ਵਾਲੀ ਉਹਦੀ ਸਿਫਤ ਸੀ ਚੌਕੀਦਾਰ ਵਜੋਂ ਉਹਦੀ ਆਵਾਜ਼। ਜੇ ਕਦੇ ਕਾਲੇ ਖਾਂ ਬਿਮਾਰ ਹੋ ਜਾਂਦਾ ਜਾਂ ਕਿਸੇ ਕਾਰਨ ਪਿੰਡੋਂ ਬਾਹਰ ਚਲਿਆ ਜਾਂਦਾ ਤੇ ਪਿੰਡ 'ਚ ਕੋਈ ਹੋਕਾ ਦੇਣਾ ਪੈ ਜਾਂਦਾ ਤੇ ਇਹ ਕੰਮ ਮੁੱਚਰ ਮਜਬੀ ਜਾਂ ਸੁਰਮਚੂ ਨਾਈ ਦੇ ਜਿੰਮੇ ਲੱਗਦਾ। ਤਿੰਗ ਦੇ ਤਾਂ ਬੜਾ, ਪਰ ਗੱਲ ਬਣਦੀ ਨਾ। ਹੋਕੇ ਦੇ ਉਹਨਾਂ ਦੇ ਬੋਲ 4 ਘਰਾਂ ਤੋਂ ਅੱਗੇ ਨਾ ਲੰਘਦੇ ਤੇ ਮਗਰੋਂ ਬਸ ਲੇਰ ਜਿਹੀ ਕੂਕ ਜਿਹੀ ਹਵਾ 'ਚ ਫੈਲ ਜਾਂਦੀ। ਪਿੰਡ ਦੇ ਲੋਕ ਬੁੜਬੁੜ ਕਰਦੇ ਹੋਏ ਪਹਿਲਾਂ ਉਹਨਾਂ ਨੂੰ ਤੇ ਉਹਨਾਂ ਦੀਆਂ ਜੰਮਣ ਵਾਲੀਆਂ ਨੂੰ ਗਾਲਾਂ ਦਿੰਦੇ ਤੇ ਮਗਰੋਂ ਹੱਥਲਾ ਕੰਮ ਜਾਂ ਥਾਲੀ 'ਚ ਪਈ ਹੋਈ ਰੋਟੀ ਵਿਚਾਲੇ ਛੱਡ ਕੇ ਹੋਕਾ ਜਾਣਨ ਲਈ ਘਰਾਂ ਤੋਂ ਬਾਹਰ ਨਿਕਲ ਆਖਦੇ, ਮਾਂ ਦੇ ਚੌਕੀਦਾਰਾ, ਹੋਕਾ ਦੇਣ ਤੋਂ ਪਹਿਲਾਂ ਕੁਝ ਖਾ ਪੀ ਲੈਣਾ ਸੀ। ਬੋਲ ਵਿੱਚ ਮਾੜੀ ਮੋਟੀ ਜਾਨ ਪੈ ਜਾਂਦੀ ਤੇ ਫਿਰ ਉਹ ਹੋਕਾ ਪੁੱਛਣ ਤੋਂ ਵੀ ਪਹਿਲਾਂ ਇੱਕ ਸਵਾਲ ਕਰਦੇ, ਇਹ ਕਾਲੇ ਨੂੰ ਕੀ ਬਿੱਜ ਪੈ ਗਈ ਅੱਜ? ਕਾਲੇ ਖਾਂ ਟਿਕੀ ਹੋਈ ਆਥਣ 'ਚ ਇੱਕ ਥਾਂ ਖਲੋ ਕੇ ਹੋਕਾ ਦਿੰਦਾ ਤੇ ਉਹਦੀ ਆਵਾਜ਼ ਟੱਲੀ ਦੀ ਟੁਣਕਾਰ ਵਾਂਗ 4 ਚੁਫੇਰੇ ਦੂਰ ਤੱਕ ਫੈਲ ਜਾਂਦੀ। ਕੱਲ ਨੂੰ ਤਹਿਸੀਲਦਾਰ ਪੱਕੀ ਧਰਮਸ਼ਾਲਾ ਆਊ, ਇੰਤਕਾਲਾਂ ਵਾਲੇ ਪਹੁੰਚਿਓ ਭਾਈ ਓਏ, ਤੇ ਕੱਲ ਨੂੰ ਬੋੜਾਂ ਵਾਲੀ ਢਾਬ ਦੀ ਮਿੱਟੀ ਕੱਢਣੀ ਹੈ, ਘਰ ਘਰ ਦਾ ਬੰਦਾ ਪਹੁੰਚਿਓ ਭਾਈ ਓਏ, ਤੇ ਕੁੰਡਾ ਸਿਉਂ ਗੋਡਲ ਦੀ ਕਾਲੀ ਢਾਲ ਤਲਵਾਰੀ ਮੈਸ ਗੁਆਚ ਗਈ ਕਿਸੇ ਨੇ ਕਿਧਰੇ ਦੇਖੀ ਹੋਵੇ ਭਾਈ ਓਏ, ਤੇ ਕਾਲੇ ਦੇ ਹੋਕੇ ਦੀ ਆਵਾਜ਼ ਛੱਤਾਂ ਉੱਤੇ ਫੈਲ ਜਾਂਦੀ, ਪੌੜੀਆਂ ਉਤਰ ਕੇ ਵਿਹੜਿਆਂ ਵਿੱਚ ਵਿੱਚ ਜਾਂਦੀ ਤੇ ਦਰਵਾਜ਼ਿਆਂ ਬਾਰੀਆਂ ਵਿੱਚੋਂ ਦੀ ਲੰਘਦੀ ਹੋਈ ਬੈਠਕਾਂ ਵਰਾਂਡਿਆਂ ਤੇ ਸਬਾਤਾਂ 'ਚ ਜਾ ਪੁੱਜਦੀ। ਜੇ ਇਹ ਆਵਾਜ਼ ਨਾ ਹੁੰਦੀ, ਕਾਲੇ ਖਾਂ ਵੀ ਚੌਕੀਦਾਰ ਨਾ ਹੁੰਦਾ। ਉਹ ਚੌਕੀਦਾਰ ਨਾ ਹੁੰਦਾ ਤਾਂ ਕੁਝ ਵੀ ਨਾ ਹੁੰਦਾ। ਉਹਦੇ ਵਰਗੇ ਅਣਹੋਏ ਸਾਡੇ ਪਿੰਡ 'ਚ ਹੋਰ ਬਥੇਰੇ ਫਿਰਦੇ ਸੀ। ਇਸੇ ਆਵਾਜ਼ ਸਦਕਾ ਕਾਲੇ ਖਾਂ ਨੂੰ ਬਹੁਤ ਵਾਰ ਚਾਹ ਰੋਟੀ ਬਾਹਰੋਂ ਹੀ ਮਿਲ ਜਾਂਦੀ ਤੇ ਆਪ ਹੱਥ ਨਾ ਫੂਕਣੇ ਪੈਂਦੇ। ਸਰਕਾਰੀ ਕੰਮਾਂ ਲਈ ਜਾਂ ਪਿੰਡ ਦੇ ਸਾਂਝੇ ਕੰਮਾਂ ਲਈ ਪਟਵਾਰੀ, ਨੰਬਰਦਾਰ ਜਾਂ ਸਰਪੰਚ ਉਹਨੂੰ ਹੋਕਾ ਦੇਣ ਵਾਸਤੇ ਬੁਲਾਉਂਦੇ ਤਾਂ ਪਹਿਲਾਂ ਰੋਟੀ ਉਹਦੇ ਮੂਹਰੇ ਰੱਖਦੇ। ਖਾਣੀ ਹੁੰਦੀ ਤਾਂ ਉਹ ਖਾ ਲੈਂਦਾ, ਨਹੀਂ ਤਾਂ ਪੱਲੇ ਬੰਨ੍ਹ ਲੈਂਦਾ। ਕਈ ਵਾਰ ਲੋਕਾਂ ਦੇ ਨਿੱਜੀ ਕੰਮ, ਕੁੰਡਾ ਸਿਉਂ ਗੋਡਲ ਦੀ ਮੱਝ ਗੁਆਚਣ ਦੇ ਹੋਕੇ ਵਰਗੇ ਕੰਮ ਨਿਕਲ ਆਉਂਦੇ। ਰੁਪਈਆ ਧੇਲੀ ਨਕਦ ਤੋਂ ਇਲਾਵਾ ਉਦੋਂ ਕਾਲੇ ਖਾਂ ਨੂੰ ਰੋਟੀ ਦੁੱਧ ਵੀ ਉਸੇ ਘਰੋਂ ਮਿਲ ਜਾਂਦੇ। ਸਾਰੀ ਉਮਰ ਉਹਨੇ ਬਸ ਇਸੇ ਆਵਾਜ਼ ਦਾ ਦਿੱਤਾ ਹੀ ਖਾਦਾ ਸੀ। ਸਾਨੂੰ ਛੋਟੇ ਛੋਟੇ ਮੁੰਡਿਆਂ ਨੂੰ ਉਹਦੀ ਆਵਾਜ਼ ਬੜੀ ਅਦਭੁਤ ਲੱਗਦੀ। ਅਸੀਂ ਉਹਦੇ ਹੋਕੇ ਦੀ ਨਕਲ ਲਾਉਣ ਦਾ ਯਤਨ ਕਰਦੇ, ਪਰ ਉਹ ਇਹ ਕਹਿਣ ਵੇਲੇ ਆਵਾਜ਼ ਦੇ ਸੰਗ ਵਿੱਚ ਕਿਲਕ ਜਿਹੀ ਬਣ ਜਾਣ ਕਾਰਨ ਸਾਰਾ ਟੱਬਰ ਸਾਡੇ ਤੇ ਹੱਸ ਪੈਂਦਾ। ਤੇ ਜਿਸ ਦਿਨ ਉਹ ਮੌਤ ਦੇ ਮੂੰਹ 'ਚ ਖੜਾ ਸੀ, ਉੱਥੋਂ ਵੀ ਉਹਨੂੰ ਉਹਦੀ ਇਸ ਆਵਾਜ਼ ਨਹੀਂ ਕੱਢ ਲਿਆਂਦਾ ਸੀ। ਪਿੰਡ ਸਾਫ਼ ਕਰ ਦਿੱਤਾ ਗਿਆ ਸੀ। ਇੱਕ ਵੀ ਮੁਸਲਮਾਨ ਹੁਣ ਪਿੰਡ 'ਚ ਨਹੀਂ ਸੀ ਰਹਿ ਗਿਆ। ਮੇਰੇ ਜਮਾਤੀ ਗੁਰਨਾਮ ਦਾ ਬਾਪੂ ਮੈਂਗਲ ਸਿੰਘ ਤੇ ਪੱਤਰੀ ਵੇਚਣ ਵਾਲਾ ਪੰਡਿਤ ਰਾਮ ਪ੍ਰਤਾਪ ਸੱਥ 'ਚ ਐਲਾਨ ਕਰਦਿਆਂ ਬਾਗੋ ਬਾਗ ਸਨ। ਉਹਨਾਂ ਦਾ ਜਿਵੇਂ ਮਿਸ਼ਨ ਨੇਪਰੇ ਚੜ ਗਿਆ ਸੀ। ਪਿੰਡ ਦੇ ਕੁਝ ਮੁਸਲਮਾਨ ਭੱਜ ਗਏ ਸਨ ਤੇ ਬਾਕੀਆਂ ਨੂੰ ਪਿੰਡ ਦੇ ਤੇ ਗੁਆਂਢੀ ਪਿੰਡਾਂ ਦੇ ਲਗਾੜਿਆਂ ਨੇ ਪਾਰ ਬੁਲਾਇਆ ਸੀ। ਜੋ ਭੱਜ ਕੇ ਫਸਲਾਂ 'ਚ ਲੁਕ ਗਏ ਸਨ, ਉਹ ਵੀ ਭਾਲ ਕੇ ਮਾਰ ਦਿੱਤੇ ਗਏ ਸਨ। ਆਮ ਲੋਕ ਰੱਬ ਕਰਕੇ ਅੰਦਰ ਹੀ ਵੜ ਦਿਨ ਕੱਟ ਰਹੇ ਸਨ। ਬਦਮਾਸ਼ਾਂ ਦਾ ਬੋਲਬਾਲਾ ਸੀ ਤੇ ਉਹਨਾਂ ਦੇ ਮੂਹਰੀ ਮੈਂਗਲ ਸਿੰਘ ਤੇ ਰਾਮ ਪ੍ਰਤਾਪ ਸਨ। ਉਦੋਂ ਮੈਨੂੰ ਇਸ ਵੱਡਾ ਕੱਟੀ ਦੇ ਕਾਰਨਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਬਸ ਸਭ ਕੁਝ ਬੜਾ ਅਜੀਬ ਤੇ ਡਰਾਉਣਾ ਤਾਂ ਲੱਗਦਾ ਸੀ,
ਪਰ ਸਮਝ 'ਚ ਨਹੀਂ ਸੀ ਪੈ ਰਿਹਾ। ਹਾਂ, ਹੁਣ ਲੱਗਦਾ ਉਦੋਂ ਮੈਂਗਲ ਸਿਉਂ ਕੇਵਲ ਮੈਂਗਲ ਸਿਉਂ ਨਹੀਂ ਹੋਏਗਾ ਤੇ ਰਾਮ ਪ੍ਰਤਾਪ ਕੇਵਲ ਰਾਮ ਪ੍ਰਤਾਪ ਨਹੀਂ ਹੋਏਗਾ। ਅਸਲ 'ਚ ਮੈਂਗਲ ਸਿਉਂ ਸਾਡੇ ਪਿੰਡ ਦੇ ਸਿੱਖਾਂ ਦਾ ਆਪੇ ਥਾਪਿਆ ਪ੍ਰਤੀਨਿਧ ਹੋਏਗਾ ਤੇ ਰਾਮ ਪ੍ਰਤਾਪ ਸਾਡੇ ਪਿੰਡ ਦੇ ਹਿੰਦੂਆਂ ਦਾ। ਸਬੱਬ ਨਾਲ ਉਹਨਾਂ ਦੋਵਾਂ ਦੇ ਘਰਾਂ ਨੂੰ ਸਾਡੀ ਗਲੀ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਸੀ। ਜਦੋਂ ਉਹਨਾਂ 'ਚੋਂ ਕੋਈ ਉਨੀ ਦਿਨੀ ਘਰ ਆਉਂਦਾ, ਉਹਦੇ ਕੱਪੜਿਆਂ ਦਾ ਰੰਗ ਲਾਲ ਹੋਇਆ ਹੁੰਦਾ, ਉਹਦੀਆਂ ਮੁੱਛਾਂ ਮਰੋੜੀਆਂ ਹੋਈਆਂ ਹੁੰਦੀਆਂ, ਉਹਦੇ ਹੱਥਾਂ ਵਿੱਚ ਗੱਠੜੀਆਂ ਪੋਟਲੀਆਂ ਹੁੰਦੀਆਂ, ਮੈਂਗਲ ਸਿਉਂ ਦੀ ਦਾੜੀ ਉਲਝੀ ਹੋਈ ਹੁੰਦੀ ਤੇ ਰਾਮ ਪ੍ਰਤਾਪ ਦੀ ਦਾੜੀ ਦੇ ਕਰਚੇ ਵਧੇ ਹੋਏ ਹੁੰਦੇ। ਜਦੋਂ ਦੋਵਾਂ 'ਚੋਂ ਕੋਈ ਲੰਘਦਾ, ਸਾਡੇ ਟੱਬਰ ਦੇ ਜੀ ਜੇ ਡਿਊਟੀ 'ਚ ਬੈਠੇ ਜਾਂ ਗਲੀ 'ਚ ਖੜੇ ਹੁੰਦੇ ਤਾਂ ਇੱਧਰ ਉੱਧਰ ਹੋ ਜਾਂਦੇ ਜਾਂ ਮੂੰਹ ਫੇਰ ਲੈਂਦੇ। ਉਹਨਾਂ ਨੂੰ ਬੁਲਾਉਂਦੇ ਨਾ। ਸਾਨੂੰ ਬੱਚਿਆਂ ਨੂੰ ਉਹਨਾਂ ਤੋਂ ਇੱਕ ਅਜੀਬ ਭੈ ਜਿਹਾ ਹੁੰਦਾ। ਉਹ ਵੀ ਕਿਸੇ ਨਾਲ ਕੁਝ ਨਾ ਬੋਲਦੇ, ਬਸ ਦਗੜ ਦਗੜ ਕਰਦੇ ਹੋਏ ਸਿੱਧੇ ਆਪਦੇ ਘਰਾਂ ਅੰਦਰ ਜਾ ਵੜਦੇ। ਹਾਂ, ਜਦੋਂ ਮੈਂਗਲ ਸਿਉਂ ਤੇ ਪੰਡਿਤ ਰਾਮ ਪ੍ਰਤਾਪ ਨੇ ਸੱਥ 'ਚ ਆ ਕੇ ਸਾਰੇ ਮੁਸਲਮਾਨਾਂ ਤੋਂ ਸਾਡੇ ਪਿੰਡ ਦਾ ਸਾਫ਼ ਹੋ ਜਾਣਾ ਐਲਾਨਿਆ, ਸਬੱਬ ਨਾਲ ਅਸੀਂ ਕੁਝ ਮੁੰਡੇ ਵੀ ਉੱਥੇ ਕੁੱਤੀ ਪਾਉਣੇ ਖੇਡ ਰਹੇ ਸੀ ਤੇ ਅਸੀਂ ਵੀ ਆਪਣੇ ਆਪਣੇ ਰੀਠੇ ਤੇ ਕੰਚੇ ਖੀਸਿਆਂ 'ਚ ਪਾ ਕੇ ਲੋਕਾਂ 'ਚ ਆ ਖਲੋਤੇ। ਸਾਨੂੰ ਇਹਨਾਂ ਸਭ ਗੱਲਾਂ ਤੋਂ ਡਰ ਵੀ ਆਉਂਦਾ, ਪਰ ਜਾਣਨ ਦੀ ਉਤਸੁਕਤਾ ਜਿਹੀ ਵੀ ਬਣੀ ਰਹਿੰਦੀ। ਉਹ ਦੋਵੇਂ ਖੁਸ਼ ਵੀ ਸਨ ਤੇ ਕੁਝ ਇਸ ਤਰ੍ਹਾਂ ਵੀ ਸਨ, ਜਿਹਦੀ ਉਦੋਂ ਬਾਲ ਉਮਰੇ ਮੈਨੂੰ ਸਮਝ ਨਹੀਂ ਸੀ ਪਈ, ਪਰ ਜਿਹਨੂੰ ਹੁਣ ਮੈਂ ਤਣਾਅ ਰਹਿਤ ਮਨੋਸਥਿਤੀ ਕਹਿ ਸਕਦਾ, ਜੋ ਕੋਈ ਮਿਸ਼ਨ ਨੇਪਰੇ ਚਾੜਨ ਮਗਰੋਂ ਬੰਦੇ ਦੀ ਹੁੰਦੀ ਹੈ। ਪਰ ਉਹਨਾਂ ਦੀ ਗੱਲ ਸੁਣ ਕੇ ਕੁਝ ਬੰਦੇ, ਜਿਨ੍ਹਾਂ ਨੂੰ ਅਸੀਂ ਬਾਬੇ, ਤਾਏ, ਚਾਚੇ ਜਾਂ ਬਾਈ ਆਖਦੇ ਸੀ, ਉੱਠ ਕੇ ਹਰੇ ਰਾਮ ਵਾਖਰੂ ਆਖਦਿਆਂ ਤੁਰ ਗਏ। ਬੈਠੇ ਰਹਿ ਗਿਆ ਵਿੱਚੋਂ ਜੋ ਬਹੁਤੇ ਲੁੱਚੇ ਲਫੰਗੇ ਜਾਂ ਮੁੰਡੇ ਖੁੰਡੇ ਜਿਹੇ ਸਨ। ਭਾਨੇ ਨੇ ਕਿਹਾ, ਕਿਉਂ ਬਈ ਮੈਂਗਲਾ, ਹੈ ਬਈ ਰਾਮ ਪ੍ਰਤਾਪ, ਕਹਿੰਦੇ ਆ ਉੱਤੇ ਕੋਈ ਰੱਬ ਵੀ ਹੈਗਾ। ਮੈਨੂੰ ਉਦੋਂ ਭਾਨੇ ਦੀ ਇਹ ਗੱਲ ਬੜੀ ਅਜੀਬ ਲੱਗੀ, ਬੜੀ ਬੇਮੌਕਾ। ਕਿੱਥੇ ਬੁੜੀ ਦਾ ਮਰਨਾ, ਕਿੱਥੇ ਹਲ ਉਕੜੂ। ਉਹ ਦੋਵੇਂ ਕੀ ਗੱਲਾਂ ਕਰ ਰਹੇ ਸਨ ਤੇ ਭਾਨੇ ਨੂੰ ਉਹਨਾਂ ਤੋਂ ਰੱਬ ਬਾਰੇ ਗਿਆਨ ਲੈਣ ਦੀ ਪਈ ਹੋਈ ਸੀ। ਪਰ ਰਾਮ ਪ੍ਰਤਾਪ ਤਾਂ ਪੰਡਤ ਸੀ, ਵਿਦਵਾਨ ਸੀ, ਉਹ ਸਭ ਗੱਲਾਂ ਦਾ ਗਿਆਤਾ ਸੀ, ਭਾਵੇਂ ਕੋਈ ਕੁਝ ਪੁੱਛ ਲਵੇ। ਇਹ ਕੁਝ ਹਫ਼ਤਿਆਂ ਤੋਂ ਮੁਸਲਮਾਨਾਂ ਨੂੰ ਮਾਰਨ ਵਾਲੇ ਕੰਮ 'ਚ ਪੈਣ ਤੋਂ ਪਹਿਲਾਂ ਉਹ ਪੱਤਰੀ ਵਾਚਿਆ ਕਰਦਾ ਸੀ। ਪਿੰਡ ਦੇ ਕਿਸੇ ਵੀ ਘਰੋਂ ਜਦੋਂ ਉਹਨੂੰ ਸੱਦਾ ਆਉਂਦਾ, ਉਹ ਮੋਢੇ ਉੱਤੇ ਲਾਲ ਹਰਦੁਆਰੀ ਪਰਨਾ ਰੱਖ ਕੇ ਤੇ ਕੁਰਾਲੀ ਵਾਲੇ ਜੋਤਸ਼ੀ ਦੀ ਰਚੀ ਪੱਤਰੀ ਚੁੱਕ ਕੇ ਜਾ ਪਹੁੰਚਦਾ। ਉਹ ਲੋਕਾਂ ਦੇ ਕੰਮਾਂ ਲਈ ਸ਼ੁਭ ਤਿਥਵਾਰ ਸੋਚਿਆ ਕਰਦਾ ਸੀ ਤੇ ਉਹਨਾਂ ਦੀਆਂ ਮੁਸ਼ਕਲਾਂ ਹਰਨ ਲਈ ਉਪਾਅ ਦੱਸਿਆ ਕਰਦਾ ਸੀ। ਤੇ ਮੈਂਗਲ ਸਿਉਂ ਵੀ ਰੋਜ਼ ਹੀ ਅਖਬਾਰ ਨਾਲ ਮੱਥਾ ਮਾਰਦਾ ਰਹਿੰਦਾ। ਕੁਛ ਤਾਂ ਜਾਣਨਾ ਹੀ ਹੋਏਗਾ। ਭਾਨੇ ਦੀ ਗੱਲ ਦੇ ਜਵਾਬ 'ਚ ਦੋਵੇਂ ਹੱਥ ਉੱਤੇ ਹੱਥ ਮਾਰ ਕੇ ਹੱਸ ਪਏ ਤੇ ਇਕੱਠੇ ਹੀ ਬੋਲੇ, ਕਰ ਦਿੱਤੀ ਨਾ ਮੂਰਖਾਂ ਵਾਲੀ ਗੱਲ। ਉਤਲੇ ਦੇ ਹੁਕਮ ਨਾਲ ਹੀ ਤਾਂ ਸਭ ਕੁਝ ਹੋ ਰਿਹਾ, ਉਹਦੇ ਹੁਕਮ ਬਿਨਾਂ ਕੋਈ ਪੱਤਾ ਹਿਲਾ ਕੇ ਦੇਖੇ। ਇਹ ਰੱਬ ਰੁੱਬ ਦੀਆਂ ਗੱਲਾਂ ਸਾਨੂੰ ਛੋਟੇ ਮੁੰਡਿਆਂ ਨੂੰ ਬੜੀਆਂ ਬੇਰਸ ਲੱਗੀਆਂ। ਅਸੀਂ ਫੇਰ ਖੇਡਣ ਲਈ ਕੁਝ ਹਟਵੇਂ ਜਿਹੀ ਇੱਕ ਨਵੀਂ ਕੁੱਤੀ ਪੁੱਟਣ ਲੱਗ ਪਏ, ਪਰ ਕੁੱਤੀ ਅਜੇ ਪੂਰੀ ਪੁੱਟੀ ਵੀ ਨਹੀਂ ਸੀ ਗਈ ਕਿ ਸਾਨੂੰ ਫੇਰ ਭੱਜ ਕੇ ਸੱਥ 'ਚ ਆਉਣਾ ਪਿਆ। ਅਚਾਨਕ ਰੌਲਾ ਜਿਹਾ ਪੈ ਗਿਆ ਸੀ। ਅਸੀਂ ਦੇਖਿਆ ਤਾਰਾ ਲਫੈਂਡ ਤੇ ਮਾਘੀ ਲੰਗੜਾ ਕਿਤੋਂ ਕਾਲੇ ਚੌਕੀਦਾਰ ਨੂੰ ਫੜ ਕੇ ਲੈ ਆਏ ਸੀ। ਕਹਿੰਦੇ ਸਨ ਉਹ ਹੁਣ ਤੱਕ ਕਿਤੇ ਲੁਕਿਆ ਰਿਹਾ ਸੀ ਤੇ ਹੁਣ ਆਪੇ ਬਾਹਰ ਨਿਕਲ ਆਇਆ ਸੀ। ਪਰ ਉਹ ਬਾਹਰ ਨਿਕਲਿਆ ਕਿਉਂ? ਤਾਰਾ ਤੇ ਮਾਘੀ ਉਹਦੇ ਬਾਹਰ ਨਿਕਲਣ ਦਾ ਕਾਰਨ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਪਿੰਡ ਵਿੱਚ ਆ ਵੜਦਾ ਦੱਸਦੇ ਸਨ। ਪਰ ਮੇਰੇ ਗੱਲ ਸਮਝ ਨਹੀਂ ਸੀ ਆ ਰਹੀ। ਲੁਕਿਆ ਬੈਠਾ ਸੀ, ਬੈਠਾ ਰਹਿੰਦਾ। ਮੈਨੂੰ ਕਾਲੇ ਚੌਕੀਦਾਰ ਦੀ ਮੂਰਖਤਾ ਉੱਤੇ ਗੁੱਸਾ ਆਇਆ। ਉਦੋਂ ਮੈਂ ਇਹ ਨਾ ਸੋਚ ਸਕਿਆ ਕਿ ਭੁੱਖ ਤੇ ਇਹਦਾ ਮਾਰਿਆ ਹੋਇਆ ਬਾਹਰ ਨਿਕਲਿਆ ਹੋਏਗਾ। ਉਦੋਂ ਹੀ ਬਾਹਰ ਨਿਕਲਿਆ ਹੋਏਗਾ ਜਦੋਂ ਉਹਦਾ ਲੁੱਕ ਕੇ ਬੈਠੇ ਰਹਿਣਾ ਅਸੰਭਵ ਹੋ ਗਿਆ ਹੋਏਗਾ। ਬਾਹਰ ਤਾਂ ਮੌਤ ਉਹਦੀ ਉਡੀਕ ਕਰ ਰਹੀ ਸੀ ਤੇ ਮੌਤ ਦੇ ਮੂੰਹ ਪੈਣ ਨੂੰ ਕਿਹਦਾ ਜੀ ਕਰਦਾ ਹੁੰਦਾ। ਉਹ ਬਾਹਰ ਨਿਕਲਿਆ ਤਾਂ ਤਾਰੇ ਲਫੈਂਡ ਤੇ ਮਾਘੀ ਲੰਗੜੇ ਦੇ ਹੱਥ ਲੱਗ ਗਿਆ। ਜਦੋਂ ਮੈਂ ਡਰਦੇ ਨੇ ਕਾਲੇ ਚੌਕੀਦਾਰ ਨੂੰ ਨੇੜੇ ਹੋ ਕੇ ਦੇਖਿਆ, ਪਤਾ ਨਹੀਂ ਕਿਉਂ ਮੈਨੂੰ ਸਾਡੀ ਮੱਝ ਯਾਦ ਆ ਗਈ। ਕਈ ਵਾਰ ਉਹ ਖੜੀ ਰਹਿੰਦੀ ਪਰ ਦੁੱਧ ਨਾ ਲਾਉਂਦੀ, ਜਾਂ ਭੁੱਖੀ ਹੁੰਦੀ ਪਰ ਬੇਪਸੰਦ ਹੋਣ ਕਰਕੇ ਪੱਠੇ ਨਾ ਖਾਂਦੀ। ਅਜਿਹੇ ਮੌਕੇ ਮੇਰਾ ਬਾਪੂ ਡਾਂਗ ਫੜ ਲੈਂਦਾ ਤੇ 2-4 ਲਾ ਦਿੰਦਾ। ਹਰ ਡਾਂਗ ਨਾਲ ਮੱਝ ਇੱਧਰ ਉੱਧਰ ਭੱਜਦੀ, ਮੇਰੇ ਬਾਪੂ ਤੋਂ ਦੂਰ ਹੋਣ ਦਾ ਯਤਨ ਕਰਦੀ, ਪਰ ਵੱਜੀ ਹੋਈ ਭੱਜ ਕਿੱਧਰ ਸਕਦੀ ਸੀ। ਸੰਗਲ ਦੀ ਖੁੱਲ੍ਹ ਤੋਂ ਵੱਧ ਕਿੰਨੀ ਕੁ ਦੂਰ ਜਾ ਸਕਦੀ ਸੀ। ਮੇਰਾ ਬਾਪੂ ਡਾਂਗ ਰੋਕ ਲੈਂਦਾ ਤਾਂ ਪੂਰਾ ਸੰਗਲ ਖਿੱਚ ਕੇ ਪਿੱਛੇ ਨੂੰ ਹਟੀ ਹੋਈ ਬਹੁਤ ਹੀ ਡਰੀਆਂ ਹੋਈਆਂ ਭੈ ਭੀਤ ਨਜ਼ਰਾਂ ਨਾਲ ਉਹਨੂੰ ਦੇਖਦੀ। ਹੁਣ ਕਾਲੇ ਖਾਂ ਦਾ ਮੂੰਹ ਬਿਲਕੁਲ ਸਾਡੀ ਮੱਝ ਦੇ ਉਸ ਸਮੇਂ ਦੇ ਮੂੰਹ ਵਰਗਾ ਸੀ। ਬਾਹਰ ਨਿਕਲ ਕੇ ਤਾਰੇ ਤੇ ਮਾਘੀ ਦੇ ਹੱਥ ਲੱਗ ਜਾਣ ਦੀ ਉਹਦੀ ਮੂਰਖਤਾ ਸੰਬੰਧੀ ਹੈਰਾਨੀ ਤੋਂ ਇਲਾਵਾ ਇੱਕ ਹੈਰਾਨੀ ਮੈਨੂੰ ਕਾਲੇ ਚੌਕੀਦਾਰ ਉੱਤੇ ਹੋਰ ਹੋ ਰਹੀ ਸੀ। ਉਹ ਡਰੀ ਹੋਈ ਮੱਝ ਵਾਂਗ ਪਾਟੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਡਿੱਗਿਆਂ ਵਾਂਗ ਸਭ ਦੇ ਵਿਚਕਾਰ ਬੈਠਾ ਸੀ, ਪਰ ਨਾ ਛੱਡ ਦੇਣ ਲਈ ਮਿੰਨਤਾਂ ਕਰ ਰਿਹਾ ਸੀ, ਨਾ ਕੁਝ ਹੋਰ ਹੀ ਕਹਿ ਰਿਹਾ ਸੀ। ਹੁਣ ਸੋਚਦਾ ਸ਼ਾਇਦ ਉਸ ਵਿੱਚ ਉਦੋਂ ਇੰਨੀ ਹਿੰਮਤ ਵੀ ਨਹੀਂ ਸੀ ਰਹਿ ਗਈ ਕਿ ਲੇਲੜੀਆਂ ਕੱਢ ਸਕੇ। ਆਖਰ ਮਿੰਨਤ ਤਰਲਾ ਕਰਨ ਲਈ ਵੀ ਤਾਂ ਬੰਦੇ 'ਚ ਕੁਝ ਦਮ ਚਾਹੀਦਾ ਹੈ।
ਤੇ ਕਾਲੇ ਦੀ ਜਾਨ ਹੁਣ ਮੈਂਗਲ ਸਿੰਘ ਤੇ ਰਾਮ ਪ੍ਰਤਾਪ ਦੇ ਹੱਥ ਸੀ। ਤਾਰੇ ਲਫੈਂਡ ਤੇ ਮਾਘੀ ਲੰਗੜੇ ਨੇ ਮੁਕੱਦਮਾ ਉਹਨਾਂ ਦੇ ਹਵਾਲੇ ਕਰਤਾ ਸੀ। ਅਸੀਂ ਸਹਿਮੇ ਹੋਏ ਪਿੱਛੇ ਹਟ ਗਏ ਤੇ ਦੇਖਣ ਲੱਗੇ ਕਿ ਉਹ ਕੀ ਫੈਸਲਾ ਕਰਦੇ ਆ। ਕਾਲੇ ਚੌਕੀਦਾਰ ਦਾ ਕੀ ਬਣਦਾ। ਭਾਨੇ ਵਰਗਿਆਂ ਨੇ ਮੈਂਗਲ ਸਿੰਘ ਤੇ ਰਾਮ ਪ੍ਰਤਾਪ ਨੂੰ ਹੋਰ ਪਾਪ ਨਾ ਕਰਨ ਦੀ ਸਲਾਹ ਦਿੱਤੀ। ਭਾਨੇ ਨੇ ਤਾਂ ਸਾਡੇ ਵਿੱਚ ਬੱਚਿਆਂ 'ਚ ਖਲੋਤਾ ਆਪਦਾ ਭਤੀਜਾ ਕਈ ਦਿਨਾਂ ਦੇ ਭੁੱਖੇ ਤੇ ਆਏ ਕਾਲੇ ਲਈ ਘਰੋਂ ਦੁੱਧ ਲੈਣ ਭੇਜ ਦਿੱਤਾ। ਲੋਕ ਭਾਂਤ-ਭਾਂਤ ਦੀਆਂ ਗੱਲਾਂ ਕਰ ਰਹੇ ਸੀ। ਅਸਲ 'ਚ ਲੋਕ ਤਾਂ ਹੁਣ ਉੱਥੇ ਕਿਹੜੇ ਸੀ, ਐਵੇਂ ਮੰਡੀਰ ਸੀ। ਲੋਕ ਤਾਂ ਮੈਂਗਲ ਸਿੰਘ ਤੇ ਪੰਡਿਤ ਰਾਮ ਪ੍ਰਤਾਪ ਨੂੰ ਦੇਖ ਕੇ ਘਰੋਂ ਘਰੀ ਤੁਰ ਗਏ ਸੀ। ਬਸ ਛੋਕਰੇ ਜਾਬਾਂ ਦਾ ਭੇੜ ਕਰ ਰਹੇ ਸੀ। ਆਖਰ ਗੱਲ ਉਹਦੇ ਹੋਕੇ ਤੇ ਆ ਗਈ। ਕਿੱਥੇ ਮਿਲਦਾ ਸੀ ਇਹੋ ਜਿਹਾ ਹੋਕਾ ਦੇਣ ਵਾਲਾ ਚੌਕੀਦਾਰ, ਟੱਲੀ ਵਾਂਗ ਟੁਣਕਦੀ ਆਵਾਜ਼ ਵਾਲਾ ਚੌਕੀਦਾਰ। ਰਾਮ ਪ੍ਰਤਾਪ ਬੋਲਿਆ, ਅਸੀਂ ਤਾਂ ਹੁਣ ਪਿੰਡ ਪਵਿੱਤਰ ਹੋਇਆ ਸਮਝ ਕੇ ਹਵਨ ਦੀ ਵੇਦੀ ਪੁੱਟਤੀ, ਹੁਣ ਦੁਬਾਰਾ ਕਿੱਥੇ ਪੰਗਾ ਕਰਾਂਗੇ। ਮੈਂਗਲ ਸਿੰਘ ਨੇ ਵੀ ਕਿਹਾ, ਅਸੀਂ ਵੀ ਸ਼ਸਤਰ ਹੁਣ ਟੰਗ ਤੇ। ਅਸੀਂ ਬੱਚਿਆਂ ਨੇ ਸੋਚਿਆ ਹੁਣ ਕਾਲੇ ਚੌਕੀਦਾਰ ਨੂੰ ਮਾਰਿਆ ਨਹੀਂ ਜਾਏਗਾ। ਅਸੀਂ ਫੇਰ ਅੱਗੇ ਹੋ ਕੇ ਸਭ ਕੁਝ ਦੇਖਣ ਸੁਣਨ ਲੱਗੇ। ਆਖਰ ਫੈਸਲਾ ਹੋਇਆ ਕਿ ਅੱਜ ਪਿੰਡ ਦੇ ਕੁਝ ਲਗਾੜਿਆਂ ਤੇ ਛੜੇ ਛਾਂਟਾਂ ਦੀਆਂ ਇੱਧਰੋਂ ਉੱਧਰੋਂ ਲਿਆਂਦੀਆਂ ਮੁਸਲਮਾਨੀਆਂ ਨੂੰ ਜਦੋਂ ਹਿੰਦਣੀਆਂ ਸਿੱਖਣੀਆਂ ਬਣਾਇਆ ਜਾਵੇ, ਨਾਲ ਹੀ ਕਾਲੇ ਖਾਂ ਨੂੰ ਵੀ ਹਿੰਦੂ ਜਾਂ ਸਿੱਖ ਬਣਾ ਲਿਆ ਜਾਵੇ, ਨਹੀਂ ਤਾਂ ਪਿੰਡ 'ਚ ਹੋਕਾ ਕੌਣ ਦੇਗਾ। ਕਾਲੇ ਖਾਂ ਹਿੰਦੂ ਨਹੀਂ ਬਣ ਸਕਦਾ। ਪੰਡਿਤ ਰਾਮ ਪ੍ਰਤਾਪ ਨੇ ਆਪਣਾ ਹਰਦੁਆਰੀ ਪਰਨਾ ਝੰਡੇ ਵਾਂਗ ਲਹਿਰਾਉਂਦਿਆਂ ਇਨਕਾਰ ਕੀਤਾ। ਦੇਵਤਾ ਜੀ, ਮੁਸਲਮਾਨੀ ਤਾਂ ਹਿੰਦਣੀ ਬਣ ਸਕਦੀ ਹੈ। ਭਾਨੇ ਨੇ ਪੁੱਛਿਆ। ਆਹੋ, ਉਹ ਬਣ ਸਕਦੀ ਹੈ, ਪਰ ਮੁਸਲਮਾਨ ਹਿੰਦੂ ਨਹੀਂ ਹੋ ਸਕਦਾ, ਪੰਡਿਤ ਨੇ ਦੱਸਿਆ। ਪੰਡਿਤ, ਇਹ ਕੀ ਗੱਲ ਹੋਈ? ਕਈਆਂ ਨੇ ਇਕੱਠਿਆਂ ਹੀ ਪੁੱਛਿਆ। ਇਸਤਰੀ ਦਾ ਕੋਈ ਧਰਮ ਨਹੀਂ ਹੁੰਦਾ, ਜੋ ਬਣਾ ਲਓ ਉਹ ਬਣ ਜਾਂਦੀ ਹੈ, ਪੰਡਿਤ ਰਾਮ ਪ੍ਰਤਾਪ ਨੇ ਭੇਦ ਸਮਝਾਇਆ। ਲੈ, ਇਹ ਕੀ ਗੱਲ ਹੋਈ? ਅਖੇ ਇਸਤਰੀ ਦਾ ਧਰਮ ਹੀ ਕੋਈ ਨਹੀਂ ਹੁੰਦਾ। ਉਹ ਕੀ ਹਿੰਦੂ, ਮੁਸਲਮਾਨ ਜਾਂ ਸਿੱਖ ਨਹੀਂ ਹੁੰਦੀ? ਧਰਮ ਕੋਈ ਕਿਉਂ ਨਹੀਂ ਹੁੰਦਾ ਇਸਤਰੀ ਦਾ? ਭਾਨੇ ਦਾ ਸ਼ੰਕਾ ਪੰਡਿਤ ਰਾਮ ਪ੍ਰਤਾਪ ਤੋਂ ਨਿਵਰਤ ਨਹੀਂ ਸੀ ਹੋਇਆ। ਬਸ ਸ਼ਾਸਤਰਾਂ 'ਚ ਲਿਖਿਆ ਤੇ ਸ਼ਾਸਤਰ ਭਾਈ ਭਾਨਾ ਸਿਆਂ, ਮੈਂ ਤਾਂ ਲਿਖੇ ਨਹੀਂ ਜੋ ਹਰ ਗੱਲ ਸਮਝਾ ਦਿਆਂ। ਬਸ ਵੱਡਿਆਂ ਨੇ ਜੋ ਲਿਖ ਦਿੱਤਾ ਅਸੀਂ ਤਾਂ ਉਸੇ ਦਾ ਪਾਲਣ ਕਰਦੇ ਹਾਂ। ਪੰਡਿਤ ਰਾਮ ਪ੍ਰਤਾਪ ਕੁਝ ਝੰਜਲਾ ਜਿਹਾ ਗਿਆ ਸੀ। ਫਿਰ ਤਾਂ ਵੀ ਪੰਡਿਤਾ ਬੜੇ ਚੁਸਤ ਨੇ ਤੇਰੇ ਸ਼ਾਸਤਰ, ਮਿੱਠਾ ਮਿੱਠਾ ਖਾਂਦੇ ਨੇ, ਕੌੜਾ ਥੂ ਕਰ ਦਿੰਦੇ ਨੇ। ਭਾਨਾ ਬੋਲਿਆ ਤੇ ਸੱਥ 'ਚ ਖਲੋਤੇ ਸਾਰੇ ਜਣੇ ਹਿੜ-ਹਿੜ ਕਰਕੇ ਹੱਸ ਪਏ। ਇੱਕ ਬਸ ਸਭ ਦੇ ਵਿਚਕਾਰ ਬੈਠਾ ਕਾਲਾ ਨਾ ਹੱਸਿਆ। ਬੈਠਾ ਵੀ ਉਹ ਕਿੱਥੇ ਸੀ, ਬਸ ਡਿੱਗਿਆ ਜਿਹਾ ਹੀ ਪਿਆ ਸੀ। ਬੈਠਾ ਰਹਿਣ ਜੋਗਾ ਤਾਂ ਉਹਦੇ 'ਚ ਬਾਲੀ ਨਹੀਂ ਸੀ। ਉਲਝਣ ਤਾਂ ਭਾਨੇ ਵਾਂਗ ਉਦੋਂ ਮੈਨੂੰ ਵੀ ਬੜੀ ਹੋਈ ਸੀ ਕਿ ਮੁਸਲਮਾਨੀਆਂ ਜਦੋਂ ਹਿੰਦਣੀਆਂ ਹੋ ਸਕਦੀਆਂ ਨੇ ਤਾਂ ਮੁਸਲਮਾਨ ਵੀ ਹਿੰਦੂ ਕਿਉਂ ਨਹੀਂ ਹੋ ਸਕਦਾ। ਤੇ ਪੰਡਿਤ ਰਾਮ ਪ੍ਰਤਾਪ ਦੀ ਗੱਲ ਭਾਨੇ ਵਾਂਗ ਮੈਨੂੰ ਵੀ ਨਹੀਂ ਸੀ ਜਚੀ। ਪਰ ਮੈਂ ਸੋਚਿਆ ਪੰਡਿਤ ਰਾਮ ਪ੍ਰਤਾਪ ਤਾਂ ਗਰੀਬਾਂ ਦਾ ਵਾਚਕ ਸੀ, ਠੀਕ ਹੀ ਕਹਿੰਦਾ ਹੋਵੇਗਾ। ਉਸੇ ਸਮੇਂ ਮੈਂਗਲ ਸਿੰਘ ਨੇ ਗੱਲ ਮੁੱਕਦੀ ਕਰਕੇ ਸਾਰਿਆਂ ਦੀ ਉਲਝਣ ਖਤਮ ਕਰਤੀ। ਠੀਕ ਹੈ, ਕਾਲੇ ਨੂੰ ਅਸੀਂ ਨਵਾਂ ਜਨਮ ਦੇਵਾਂਗੇ, ਸਿੰਘ ਸਜਾਵਾਂਗੇ, ਅੰਮ੍ਰਿਤ ਛਕਾ ਕੇ ਪੰਜੇ ਕੱਕੇ ਧਾਰਨ ਕਰਾਵਾਂਗੇ। ਕਿਉਂ ਵੀ ਕਾਲਿਆ ਮਨਜ਼ੂਰ ਹੈ? ਮੈਂਗਲ ਸਿੰਘ ਤੇ ਪੰਡਿਤ ਰਾਮ ਪ੍ਰਤਾਪ ਨੇ ਇਕੱਠਿਆਂ ਹੀ ਪੁੱਛਿਆ। ਕਾਲੇ ਨੇ ਆਪਣੇ ਕੰਬ ਦੇ ਦੋਹੇ ਹੱਥ ਜੋੜ ਦਿੱਤੇ। ਹੱਥ ਜੁੜੇ ਵੀ ਕਿੱਥੋਂ, ਇੱਕ ਦੂਜੇ ਤੋਂ ਗਿੱਠ ਦੂਰ ਰਹਿ ਕੇ ਹੀ ਹਵਾ 'ਚ ਲਟਕੇ ਹੋਏ ਕੰਬਦੇ ਰਹੇ। ਮੱਕੜੀ ਦੇ ਜਾਲੇ ਨਾਲ ਲਟਕੇ ਹੋਏ ਬਿਰਛੋਂ ਟੁੱਟੇ ਸੁੱਕੇ ਪੱਤਿਆਂ ਵਾਂਗ। ਸ਼ਾਇਦ ਉਹਨਾਂ ਵਿੱਚ ਜੁੜਨ ਦੀ ਵੀ ਸੱਤਿਆ ਨਹੀਂ ਸੀ। ਉਹਨੇ ਕੁਝ ਬੋਲਣਾ ਚਾਹਿਆ ਪਰ ਬੋਲ ਨਾ ਸਕਿਆ। ਬਸ ਬੁੱਲ ਨਾਮ ਮੱਤਰ ਫਰਕ ਕੇ ਰਹਿ ਗਏ। ਹੁਣ ਉਹਦੇ ਮੂੰਹ ਵੱਲ ਵੇਖ ਕੇ ਮੈਨੂੰ ਆਪਦੀ ਮੱਝ ਦਾ ਉਸ ਸਮੇਂ ਦਾ ਮੂੰਹ ਯਾਦ ਆਇਆ ਜਦੋਂ ਮੇਰਾ ਬਾਪੂ ਡਾਂਗ ਮੋਢੇ ਤੇ ਰੱਖ ਕੇ ਉਹਨੂੰ ਬੰਨਣ ਵਾਲੇ ਛੱਪਰ 'ਚੋਂ ਬਾਹਰ ਹੋ ਜਾਂਦਾ ਸੀ ਤੇ ਉਹ ਸਮਝ ਜਾਂਦਾ ਸੀ ਕਿ ਹੁਣ ਹੋਰ ਮਾਰ ਨਹੀਂ ਸੀ ਪੈਣੀ। ਇੰਨੇ ਨੂੰ ਭਾਨੇ ਦਾ ਭਤੀਜਾ ਕੋਸਾ ਦੁੱਧ ਲੈ ਆਇਆ। ਕੰਬ ਦੇ ਹੱਥਾਂ ਨਾਲ ਲੱਪ ਕੇ ਕਾਲੇ ਨੇ ਗਲਾਸ ਮੂੰਹ ਵੱਲ ਕੀਤਾ ਤਾਂ ਭਾਨੇ ਨੇ ਵਰਜਿਆ, ਸਬਰ ਨਾਲ ਚੌਕੀਦਾਰਾ, ਹੌਲੀ ਹੌਲੀ ਬੂੰਦ ਬੂੰਦ ਕਰਕੇ ਪੀ, ਨਹੀਂ ਤਾਂ ਖਾਲੀ ਕਾਲਜੇ ਉੱਤੇ ਜਾ ਕੇ ਸੱਪ ਵਾਂਗੂ ਲੜ ਜਾਊ। ਤੇ ਫਿਰ ਉਸੇ ਦਿਨ ਕਾਲੇ ਖਾਂ ਕਾਲਾ ਸਿੰਘ ਬਣ ਗਿਆ। ਸਾਨੂੰ ਉਹਦੇ ਨਾਂ ਦੀ ਬਦਲੀ ਤੋਂ ਬਿਨਾਂ ਉਹਦੇ 'ਚ ਕੋਈ ਬਹੁਤਾ ਫਰਕ ਨਾ ਦਿਖਾਈ ਦਿੱਤਾ। ਉਹਦੇ ਪਹਿਲਾਂ ਵਰਗੇ ਹੀ ਕੱਪੜੇ ਲੱਤੇ ਹੁੰਦੇ, ਉਹ ਖੱਦਰ ਦਾ ਕੁੜਤਾ, ਬਸ ਉੱਤੇ ਇੱਕ ਕਿਰਪਾਨ ਪੈ ਗਈ ਸੀ। ਉਹ ਖੱਦਰ ਦਾ ਸਾਫਾ, ਬਸ ਹੁਣ ਉਹ ਚਿੱਟੇ ਦੀ ਥਾਂ ਨੀਲਾ ਰੰਗਿਆ ਗਿਆ ਸੀ। ਉਹ ਖੱਦਰ ਦੀ ਧੋਤੀ, ਉਹ ਧੋਤੀ ਧੌੜੀ ਦੇ ਜੁੱਤੇ। ਹਾਂ, ਇੱਕ ਉਹਨੇ ਆਪਣੇ ਨੱਕ ਹੇਠੋਂ ਮੁੱਛਾਂ ਕਤਰਨੀਆਂ ਛੱਡਤੀਆਂ ਸੀ ਤੇ ਹੁਣ ਉਹਦੀਆਂ ਮੁੱਛਾਂ ਵੀ ਬਿਲਕੁਲ ਜੱਗਰ ਸਿੰਘ ਢੋਲਕੀ ਵਾਲੇ ਦੀਆਂ ਮੁੱਛਾਂ ਵਰਗੀਆਂ ਹੋ ਗਈਆਂ ਸੀ। ਦਾੜੀ ਤਾਂ ਪਹਿਲਾਂ ਹੀ ਉਹਦੀ ਦਾੜੀ ਵਰਗੀ ਸੀ। ਕਾਲੇ ਖਾਂ ਤੋਂ ਕਾਲਾ ਸਿੰਘ ਬਣਨ 'ਚ ਉਹਨੂੰ ਆਪ ਨੂੰ ਵੀ ਕੋਈ ਲੰਮਾ ਚੌੜਾ ਫਰਕ ਪਿਆ ਨਹੀਂ ਸੀ ਜਾਪਦਾ। ਅੰਦਰ ਤਾਂ ਭਾਵੇਂ ਫਰਕ ਪਿਆ ਹੋਵੇ, ਪਰ ਉਦੋਂ ਮੈਨੂੰ ਇਹਨਾਂ ਗੱਲਾਂ ਦੀ, ਇਹਨਾਂ ਅੰਦਰਲੇ ਫਰਕਾਂ ਦੀ ਕੀ ਸਮਝ ਸੀ। ਪਹਿਲਾਂ ਵੀ ਲੋਕ ਉਹਨੂੰ ਕਾਲਾ ਚੌਕੀਦਾਰ ਹੀ ਕਹਿੰਦੇ ਸੀ ਤੇ ਹੁਣ ਵੀ ਕਾਲਾ ਚੌਕੀਦਾਰ ਹੀ ਕਹਿੰਦੇ ਰਹੇ। ਨਾ ਉਹਨੂੰ ਪਹਿਲੇ ਕੋਈ ਕਾਲੇ ਖਾਂ ਕਹਿੰਦਾ ਸੀ ਤੇ ਨਾ ਹੁਣ ਉਹਨੂੰ ਕਿਸੇ ਨੇ ਕਾਲੇ ਸਿੰਘ ਕਹਿਣਾ ਸ਼ੁਰੂ ਕੀਤਾ। ਪਹਿਲਾਂ ਵਾਂਗ ਹੀ ਉਹ ਸਰਕਾਰੀ, ਪੰਚਾਇਤੀ ਤੇ ਹੋਰ ਹੋਕੇ ਦਿੰਦਾ। ਉਹਦੀ ਚਾਲ ਕੁਝ ਚਿਰ ਥਿੜਕੀ ਜਿਹੀ ਰਹੀ, ਫਿਰ ਸੰਭਲ ਗਈ।
ਉਹਦੀ ਆਵਾਜ਼ ਕੁਝ ਢਿੱਲੀ ਜਿਹੀ ਰਹੀ, ਪਰ ਫਿਰ ਪਹਿਲਾਂ ਵਾਂਗ ਹੀ ਟੁਣਕਣ ਲੱਗੀ, ਜਿਵੇਂ ਕਿਸੇ ਸੁੱਕ ਰਹੇ ਬੂਟੇ ਨੂੰ ਪਾਣੀ ਪਾਈਏ ਤਾਂ ਉਹਦੇ ਪੱਤੇ ਕੁਝ ਚਿਰ ਕੁਮਲਾਏ ਮੁਰਝਾਏ ਰਹਿੰਦੇ ਆ, ਪਰ ਫਿਰ ਹਰੇਕ ਚਾਰ ਹੋ ਕੇ ਟਹਿਕ ਪੈਂਦੇ ਆ। ਇਉਂ ਹੀ ਉਹ ਪਹਿਲਾਂ ਵਾਂਗ ਰਹਿਣ, ਪਹਿਲਾਂ ਵਾਂਗ ਕੰਮ ਕਰਨ ਤੇ ਪਹਿਲਾਂ ਵਾਂਗ ਹੱਸਣ ਬੋਲਣ ਲੱਗ ਪਿਆ ਸੀ। ਤੇ ਜਦੋਂ ਮੈਂ ਪਿੰਡ ਨੇੜਲੇ ਸ਼ਹਿਰੋਂ 10ਵੀਂ ਕਰ ਰਿਹਾ ਸੀ, ਕਾਲਾ ਜੋ ਵੀ ਉਹ ਸੀ, ਕਾਲੇ ਖਾਂ ਜਾਂ ਕਾਲਾ ਸਿੰਘ, 1-2 ਦਿਨ ਬਿਮਾਰ ਪੈ ਕੇ ਮਰ ਗਿਆ। ਅਸੀਂ ਸਕੂਲੋਂ ਮੁੜਦੇ ਪਾੜਿਆਂ ਨੇ ਪਿੰਡ ਦੇ ਬਾਹਰ ਸਿਵਿਆਂ 'ਚ ਅੱਗ ਬਲਦੀ ਦੇਖੀ ਤਾਂ ਪੁੱਛਣ ਤੇ ਪਤਾ ਲੱਗਿਆ ਉੱਥੇ ਕਾਲਾ ਚੌਕੀਦਾਰ ਫੂਕਿਆ ਗਿਆ ਸੀ। ਤੇ ਕੁਝ ਸਾਲਾਂ ਮਗਰੋਂ ਕਾਲੇ ਖਾਂ ਦੀ ਕਾਲਾ ਸਿੰਘ ਦੇ ਰੂਪ 'ਚ ਤਬਦੀਲੀ ਵਾਲੀ ਕਹਾਣੀ ਦੇ 2 ਹੋਰ ਮੁੱਖ ਪਾਤਰ ਮੈਂਗਲ ਸਿੰਘ ਤੇ ਪੰਡਤ ਰਾਮ ਪ੍ਰਤਾਪ ਵੀ ਚੱਲਦੇ ਬਣੇ। ਮੈਂਗਲ ਸਿੰਘ ਕੁਝ ਚਿਰ ਕਮਲਾ ਹੋਇਆ ਗਲੀਆਂ 'ਚ ਅੱਧ ਪਾਟੇ ਕੱਪੜੇ ਪਾਈ ਫਿਰਦਾ ਰਿਹਾ ਤੇ ਫਿਰ ਅਚਾਨਕ ਲੋਪ ਹੋ ਗਿਆ। ਕੁਝ ਦਿਨਾਂ ਪਿੱਛੋਂ ਉਹਦੀ ਮੁਸ਼ਕੀ ਹੋਈ ਲਾਸ਼ ਪਿੰਡ ਦੇ ਬਾਹਰ ਬੋੜੇ ਖੂਹ 'ਚੋਂ ਮਿਲੀ। ਕੁਝ ਸਮੇਂ ਦੀ ਵਿੱਥ ਨਾਲ ਪੰਡਤ ਰਾਮ ਪ੍ਰਤਾਪ ਹਿੱਕ ਉੱਤੇ ਨਿਕਲੇ ਗੰਭੀਰ ਫੋੜੇ ਨਾਲ ਲੰਮੇ ਸਮੇਂ ਤੱਕ ਤੜਪ ਕੇ ਮਰ ਗਿਆ। ਪਿੰਡ 'ਚ ਆਮ ਬੰਦਿਆਂ ਦੀ ਆਈ ਮੌਤ ਦੇ ਨਾਲ ਕੋਈ ਮੌਤ ਅਣਿਆਈ ਵੀ ਹੋ ਜਾਂਦੀ ਸੀ, ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਮੈਂਗਲ ਸਿੰਘ ਦਾ ਕਮਲਾ ਹੋਣ ਪਿੱਛੇ ਗਲੀਆਂ ਵਿੱਚ ਕੁੱਤੇ ਦੀ ਜੂਨ ਰੋਲਣਾ ਤੇ ਫਿਰ ਸੁੰਨੇ ਖੂਹ 'ਚ ਡਿੱਗ ਕੇ ਮਰਨਾ ਤੇ ਪੰਡਤ ਰਾਮ ਪ੍ਰਤਾਪ ਦਾ ਗੰਭੀਰ ਫੋੜੇ ਨਾਲ ਗਲ ਕੇ ਤੜਪ ਕੇ ਮੁੱਕਣਾ ਉਹਨਾਂ ਦੇ ਘੋਰ ਪਾਪਾਂ ਦੇ ਫਲ ਸਨ। ਇਉਂ ਕਾਲੇ ਖਾਂ ਵਾਲੀ ਜਾਂ ਕਹਿ ਲਓ ਕਾਲਾ ਸਿੰਘ ਵਾਲੀ ਕਹਾਣੀ ਦੇ ਤਿੰਨੇ ਮੁੱਖ ਪਾਤਰਾਂ ਦੇ ਮਰ ਜਾਣ ਨਾਲ ਇਸ ਗੱਲ ਦਾ ਇੱਕ ਤਰ੍ਹਾਂ ਨਾਲ ਭੋਗ ਹੀ ਪੈ ਗਿਆ ਸੀ। ਪਰ ਹੁਣ ਜਦੋਂ ਪੰਜਾਬ ਦੀ ਧਰਤੀ ਉੱਤੇ ਫਿਰ ਤੇੜਾਂ ਪਾਟਣ ਲੱਗੀਆਂ, ਕਾਲੇ ਖਾਂ ਵਰਗੇ ਲੋਕ ਅਕਸਰ ਹੀ ਯਾਦ ਆਉਣ ਲੱਗੇ, ਜਿਹੜੇ ਆਪ ਕਦੀ ਪਾਣੀ ਗੰਧਲਾ ਤੇ ਝੂਠਾ ਨਹੀਂ ਕਰਦੇ ਹੁੰਦੇ, ਪਰ ਜਿਨ੍ਹਾਂ ਨੂੰ ਆਪਣੇ ਪਿਓ ਜਾਂ ਪਿਓ ਦੇ ਪਿਓ ਜਾਂ ਸ਼ਾਇਦ ਉਹਦੇ ਵੀ ਪਿਓ ਵੱਲੋਂ ਕੀਤੇ ਗਏ ਪਾਣੀ ਨੂੰ ਗੰਧਾਲਣ ਤੇ ਝੂਠਾ ਕਰਨ ਦੇ ਕਥਿਤ ਅਪਰਾਧ ਦੀ ਸਜ਼ਾ ਨਿਹੱਕਿਆਂ ਹੀ ਭੁਗਤਣੀ ਪੈਂਦੀ ਹੈ। ਕਾਲੇ ਖਾਂ ਤੇ ਉਹਦੇ ਵਰਗੇ ਲੋਕ ਯਾਦ ਆਉਂਦੇ ਤੇ ਨਾਲ ਹੀ ਮੈਨੂੰ ਮੈਂਗਲ ਸਿੰਘ ਤੇ ਪੰਡਤ ਰਾਮ ਪ੍ਰਤਾਪ ਦਾ ਚੇਤਾ ਆ ਜਾਂਦਾ। 47 ਦੇ ਫਸਾਦਾਂ 'ਚੋਂ ਸਾਂਝੀਆਂ ਫੌਜਾਂ ਦੇ ਜਰਨੈਲ ਸਨ। ਜੇ ਉਹ ਅੱਜ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਇੱਕ ਦੂਜੇ ਦੀਆਂ ਵਿਰੋਧੀ ਫੌਜਾਂ ਦੇ ਕਮਾਂਡਰ ਹੋਣਾ ਸੀ। ਕਾਲੇ ਚੌਕੀਦਾਰ ਦਾ ਸਿਵਾ ਮੈਂ ਆਪ ਆਪਣੇ ਅੱਖੀਂ ਬਲਦਾ ਦੇਖਿਆ ਸੀ 30 ਸਾਲ ਪਹਿਲਾਂ, ਪਰ ਉਹ ਮੇਰੇ ਸਾਹਮਣੇ ਸਾਮਰ ਤੱਕ ਖਲੋਤਾ ਸੀ। ਬਹੁਤ ਚਿਰ ਹੋਇਆ ਮੈਂਗਲ ਸਿੰਘ ਸੁੱਕੇ ਖੂਹ 'ਚ ਡਿੱਗ ਕੇ ਤੇ ਪੰਡਤ ਰਾਮ ਪ੍ਰਤਾਪ ਹਿੱਕ ਉੱਤੇ ਨਿਕਲੇ ਗੰਭੀਰ ਫੋੜੇ ਦਾ ਨਰਕ ਭੋਗ ਕੇ ਮਰ ਗਏ ਸਨ, ਪਰ ਕਾਲੇ ਖਾਂ ਦਾ ਇੱਕ ਡੋਲਾ ਮੈਂਗਲ ਸਿੰਘ ਨੇ ਫੜਿਆ ਹੋਇਆ ਸੀ ਤੇ ਦੂਜਾ ਰਾਮ ਪ੍ਰਤਾਪ ਨੇ। ਹਾਂ, ਮੈਂਗਲ ਸਿੰਘ ਤੇ ਰਾਮ ਪ੍ਰਤਾਪ ਦੇ ਭੂਤਾਂ ਨੇ ਕਾਲੇ ਚੌਕੀਦਾਰ ਦੇ ਭੂਤ ਨੂੰ ਡੋਲਿਆਂ ਤੋਂ ਫੜਿਆ ਹੋਇਆ ਸੀ। ਸਾਹਿਬ, ਕਿਹੜੀਆਂ ਬਰੀਕੀਆਂ 'ਚ ਪੈ ਗਏ, ਬਸ ਐਵੇਂ ਮੋਟਾ ਹਿਸਾਬ ਹੀ ਦੱਸ ਦਿਓ, ਕਾਲੇ ਚਪੜਾਸੀ ਨੇ ਮੈਨੂੰ ਸੋਚਾਂ 'ਚੋਂ ਜਗਾ ਕੇ ਆਖਿਆ। ਉਹ ਮੇਰੇ ਸਾਹਮਣੇ ਰੱਖੇ ਅਖਬਾਰ 'ਚ ਛਪੇ ਹੋਏ ਵਰਗਾ ਇੱਕ ਇਸ਼ਤਿਹਾਰ ਛਪਾਉਣਾ ਚਾਹੁੰਦਾ ਸੀ ਤੇ ਮੈਥੋਂ ਉਹਦੇ ਤਰੀਕੇ ਬਾਰੇ ਤੇ ਉਸ ਉੱਤੇ ਆਉਣ ਬਾਰੇ ਖਰਚ ਬਾਰੇ ਪੁੱਛ ਰਿਹਾ ਸੀ। ਮੇਰੇ ਦੇਖਦਿਆਂ ਮੈਂਗਲ ਸਿੰਘ ਤੇ ਪੰਡਤ ਰਾਮ ਪ੍ਰਤਾਪ ਦੇ ਫੜੇ ਹੋਏ ਕਾਲੇ ਖਾਂ ਚੌਕੀਦਾਰ ਦਾ ਮੂੰਹ ਚਪੜਾਸੀ ਦੇ ਮੂੰਹ 'ਚ ਪਲਟਣ ਲੱਗਿਆ। ਮੈਂਗਲ ਸਿੰਘ ਤੇ ਪੰਡਤ ਰਾਮ ਪ੍ਰਤਾਪ ਦੇ ਭੂਤ ਕਾਲੇ ਚਪੜਾਸੀ ਨੂੰ ਆਪਣੇ ਪਾਸੇ ਖਿੱਚ ਰਹੇ ਸਨ। ਦੋਵਾਂ ਵੱਲੋਂ 2 ਪਾਸੇ ਖਿੱਚੇ ਜਾਣ ਕਾਰਨ ਵੱਟ ਰੂਪ ਹੁੰਦੇ ਜਾ ਰਹੇ ਚਿਹਰੇ ਨਾਲ ਕਾਲਾ ਚਪੜਾਸੀ ਮੈਨੂੰ ਕਹਿ ਰਿਹਾ ਸੀ, ਮੈਂ ਸਾਡੀ ਗਲੀ ਦੇ ਬਾਕੀ ਸਾਰੇ ਘਰਾਂ ਵਰਗਾ ਹੋ ਜਾਵਾਂ, ਸਾਰੀ ਗਲੀ 'ਚ ਇੱਕੋ ਸਾਡਾ ਘਰ ਏ। ਮੈਂ ਉਸ ਵੱਲੋਂ ਮੇਰੇ ਸਾਹਮਣੇ ਰੱਖਿਆ ਹੋਇਆ ਨਾਂ ਦੀ ਤਬਦੀਲੀ ਦੇ ਇਸ਼ਤਿਹਾਰ ਵਾਲਾ ਅਖਬਾਰ ਪਾੜਨ ਲਈ ਹੱਥ ਵਧਾਉਣਾ ਚਾਹਿਆ, ਪਰ ਇਹ ਤੋਂ ਪਹਿਲਾਂ ਹੀ ਦੋਵਾਂ ਪਾਸਿਆਂ ਤੋਂ ਖਿੱਚੇ ਜਾਣ ਨਾਲ ਪਾਟਦਾ ਜਾਂਦਾ ਕਾਲੇ ਦਾ ਚਿਹਰਾ ਮੇਰੇ ਆਪਣੇ ਚਿਹਰੇ 'ਚ ਵੱਟ ਗਿਆ। ਮੈਂ ਕੰਬ ਕੇ ਮੈਂਗਲ ਸਿੰਘ ਤੇ ਪੰਡਤ ਰਾਮ ਪ੍ਰਤਾਪ ਦੇ ਭੂਤਾਂ ਵੱਲ ਦੇਖਿਆ। ਉਹਨਾਂ ਨੂੰ ਵੀ ਮੇਰੇ ਹੀ ਚਿਹਰੇ ਲੱਗੇ ਹੋਏ ਸਨ। ਧੰਨਵਾਦ। ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਹੈ ਗੁਆਚੀ ਪੈੜ। 25 ਸਾਲ ਦਾ ਹੋ ਗਿਆ ਮੈਂ, ਸਰੀਰ ਭਰ ਗਿਆ ਹੈ, ਕੱਦ ਵੀ ਸਰੂ ਵਾਂਗ ਨਿਕਲ ਆਇਆ। ਦੇਖਣ ਵਾਲੇ ਆਖਦੇ ਹਨ ਬਿਲਕੁਲ ਦਾਦੇ ਉੱਤੇ ਗਿਆ। ਨਰੋਆ ਗੱਭਰੂ, ਉਹ ਸੋਹਣਾ ਕੱਦ, ਉਹ ਗਠਵੀਂ ਦੇ। ਇੱਕ ਤਾਂ ਉਮਰ ਕੌੜੀ ਵੇਲ ਵਾਂਗ ਵਧਣ ਦੀ ਸੀ ਤੇ ਦੂਜੇ ਵਰਜਿਸ਼ ਦਾ ਸ਼ੌਕ। ਜੇ ਮੈਂ ਕੱਲਾ ਚਾਦਰਾ ਬੰਨ ਕੇ ਨੰਗੇ ਪਿੰਡੇ ਬੂਹੇ ਤੋਂ ਬਾਹਰ ਪੈਰ ਰੱਖਦਾ, ਮਾਂ ਮੇਰੇ ਉੱਤੋਂ ਦੀ ਮਿਰਚਾਂ ਵਾਰ ਕੇ ਚੁੱਲ੍ਹੇ 'ਚ ਸੁੱਟਦੀ ਤੇ ਘੂਰਦੀ, ਤੈਨੂੰ ਕਿੰਨੇ ਵਾਰ ਆਖਿਆ ਕਮੀਜ਼ ਪਾਏ ਬਿਨਾਂ ਬਾਹਰ ਨਾ ਹੋਇਆ ਕਰ। ਸਵਖਤੇ ਉੱਠਦਾ, ਸਰੋਂ ਦੇ ਤੇਲ ਦੀ ਮਾਲਿਸ਼ ਕਰਦਾ, ਡੰਡ ਬੈਠਕਾਂ ਕੱਢਦਾ ਤੇ ਪੁੱਠਾ ਸਿੱਧਾ ਹੋ ਕੇ ਸਰੀਰ ਨੂੰ ਕਮਾਉਂਦਾ ਹਾਂ। ਹਫ ਹੌਂਕ ਕੇ ਨਹਾਉਣ ਤੋਂ ਪਹਿਲਾਂ ਸਾਹ ਲੈਣ ਲਈ ਬੈਠ ਜਾਂਦਾ। ਸਰੀਰ ਉੱਤੇ ਨਜ਼ਰ ਫੇਰਦਾ ਤਾਂ ਕੁਲਵਿੰਦਰ ਦਾ ਚੇਤਾ ਆ ਜਾਂਦਾ ਹੈ। 10 ਵਰ੍ਹੇ ਹੋ ਗਏ ਹਨ ਇਸ ਗੱਲ ਨੂੰ। 10ਵੀਂ ਦਾ ਇਮਤਿਹਾਨ ਮੈਂ ਬਠਿੰਡੇ ਦੇਣਾ ਸੀ। ਪਿਤਾ ਜੀ ਬੋਲੇ, ਬਠਿੰਡੇ ਰਹਿਣ ਦੀ ਕੋਈ ਸਮੱਸਿਆ ਨਹੀਂ, ਮੇਰੀ ਮਾਂ ਦੇ ਨਾਨਕੇ ਹਨ ਉੱਥੇ। ਬਠਿੰਡੇ ਸ਼ਹਿਰ ਦੇ ਪੇਂਡੂ ਹਿੱਸੇ ਵਿੱਚ ਮਹਿਣਿਆਂ ਦੇ ਅਗਵਾੜ ਜਦੋਂ ਅਸੀਂ ਕਿਤਾਬਾਂ, ਮੇਰੇ ਕੱਪੜੇ ਤੇ
ਘਿਓ ਦੀ ਪੀਪੀ ਲੈ ਕੇ ਪਹੁੰਚੇ। ਦਾਦੀ ਦੀ ਭਰਜਾਈ ਨੂੰ ਸੱਚਿਓਂ ਹੀ ਚਾਅ ਚੜ ਗਿਆ। ਸਕੀਰੀਆਂ ਵਰਤਦਿਆਂ ਦੀਆਂ ਹੁੰਦੀਆਂ ਨੇ, ਤੁਸੀਂ ਤਾਂ ਆਉਂਦੇ ਹੀ ਨਹੀਂ, ਕਦੇ ਤਾਂ ਗੇੜਾ ਮਾਰਿਆ ਕਰੋ ਭਾਈ, ਉਹ ਚਾਹ ਪਾਣੀ ਕਰਦੀ ਹੋਈ ਮੁੜ ਆਖ ਰਹੀ ਸੀ। ਮਾਮੀ, ਕਾਕੇ ਨੂੰ ਇਮਤਿਹਾਨ ਦੀ ਤਿਆਰੀ ਕਰਨ ਨੂੰ ਕਿੱਥੇ ਠੀਕ ਰਹੂ। ਪਿਤਾ ਜੀ ਚਾਹੁੰਦੇ ਸਨ ਮੈਂ ਟਿਕ ਕੇ ਪੜ੍ਹ ਸਕਾਂ। ਪੜ੍ਹਾਈ ਇਹਦੇ 'ਚ ਕੋਈ ਵਿਘਨ ਨਹੀਂ ਪੈਣ ਦਿੰਦੇ, ਛੋਟਾ ਚੁਬਾਰਾ ਖਾਲੀ ਹੈ, ਅੰਬੋ ਨੇ ਤਸੱਲੀ ਕਰਵਾਈ। ਵੱਡੇ ਚੁਬਾਰੇ 'ਚ ਕਿਰਾਏਦਾਰ ਨੇ, ਛੋਟੇ 'ਚ ਇਹ ਰਹੂ, ਉਹ ਵੀ ਬਸ ਦੋਵੇਂ ਜੀ ਨੇ, ਰੌਲਾ ਪਾਉਣ ਵਾਲਾ ਨਾ ਕੋਈ ਜਵਾਕ ਨਾ ਜੱਲਾ। ਅੰਬੋ ਨੇ ਸਾਡੇ ਅੱਗੇ ਸਟੂਲ ਖਿੱਚ ਕੇ ਬਿਸਕੁਟਾਂ ਨਾਲ ਚਾਹ ਰੱਖ ਦਿੱਤੀ ਤੇ ਆਪ ਛੋਟਾ ਚੁਬਾਰਾ ਸਾਫ਼ ਕਰਨ ਲਈ ਪੌੜੀਆਂ ਚੜ੍ਹ ਗਈ। ਕਿਵੇਂ ਇਸ ਵੇਲੇ ਝਾੜੂ ਚੁੱਕਿਆ ਮਾਂ ਜੀ? ਉੱਤੇ ਕਿਸੇ ਜਨਾਨੀ ਨੇ ਅੰਬੋ ਤੋਂ ਪੁੱਛਿਆ। ਇਹ ਵੱਡੇ ਚੁਬਾਰੇ ਵਾਲੀ ਕਿਰਾਏਦਾਰ ਹੋਏਗੀ। ਮੇਰੀ ਨਣਦ ਦਾ ਪੋਤਾ ਆਇਆ ਇਮਤਿਹਾਨ ਦੇਣ 10ਵੀਂ ਦਾ। ਛੋਟਾ ਚੁਬਾਰਾ ਹੈ ਤਾਂ ਸਾਫ਼ ਹੀ, ਫਿਰ ਵੀ ਮੈਂ ਕਿਹਾ ਇੱਕ ਵਾਰ ਹੱਥ ਮਾਰ ਹੀ ਦਿਆਂ, ਅੰਬੋ ਨੇ ਦੱਸਿਆ। ਅੰਬੋ ਹੇਠਾਂ ਉਤਰੀ ਤਾਂ ਅਸੀਂ ਉਹਦੇ ਨਾਲ ਕਿਤਾਬਾਂ ਤੇ ਕੱਪੜੇ ਲੈ ਕੇ ਛੋਟੇ ਚੁਬਾਰੇ 'ਚ ਰੱਖਣ ਤੁਰ ਪਏ। ਪੌੜੀਆਂ ਵੱਡੇ ਚੁਬਾਰੇ ਦੇ ਸਾਹਮਣੇ ਖਾਲੀ ਛੱਤ ਉੱਤੇ ਜਾ ਕੇ ਮੁੱਕਦੀਆਂ ਸਨ ਤੇ ਉੱਥੋਂ ਸੱਜੇ ਹੱਥ ਹਟਵਾਂ ਵਿਚਕਾਰ ਖਾਲੀ ਛੱਤ ਛੱਡ ਕੇ ਛੋਟਾ ਚੁਬਾਰਾ ਸੀ। ਵੱਡੇ ਚੁਬਾਰੇ ਵਾਲੀ ਕਿਰਾਏਦਾਰ ਆਪਣੇ ਬੂਹੇ ਅੱਗੇ ਖਲੋਤੀ ਸੀ। ਉਹਨੇ ਪਿਤਾ ਜੀ ਨੂੰ ਫਤਿਹ ਬੁਲਾਈ ਤੇ ਮੇਰੇ ਵੱਲ ਦੇਖਿਆ। ਮੈਂ ਘਰੋਂ ਮਿਲੀ ਸਿੱਖਿਆ ਅਨੁਸਾਰ ਸੰਗਦੇ ਨੇ ਫਤਿਹ ਬੁਲਾ ਦਿੱਤੀ। ਨਵੇਕਲਾ ਬੈਠ ਕੇ ਪੜ੍ਹਨ ਲਈ ਚੁਬਾਰਾ ਵਧੀਆ ਸੀ। ਮੈਂ ਪਿੰਡ ਤੋਂ ਹੀ ਡਰਦਾ ਆਇਆ ਸੀ, ਪਤਾ ਨਹੀਂ ਕਿਹੋ ਜੀ ਥਾਂ ਹੋਵੇ। ਰਿਸ਼ਤੇਦਾਰੀ ਇੱਕ ਤਰ੍ਹਾਂ ਨਾਲ ਦੂਰ ਦੀ ਸੀ। ਮੈਂ ਤਾਂ ਪਹਿਲਾਂ ਕਦੇ ਆਇਆ ਵੀ ਨਹੀਂ ਸੀ ਇੱਥੇ, ਤੇ ਮੈਂ ਖੁਸ਼ ਹੋ ਗਿਆ ਤੇ ਪਿਤਾ ਜੀ ਵੀ ਸੰਤੁਸ਼ਟ ਹੋ ਗਏ। ਪਿਤਾ ਜੀ ਨੇ ਜਾਣਾ ਸੀ। ਹੇਠਾਂ ਉਤਰੇ ਤਾਂ ਅੰਬੋ ਨੇ ਘਿਓ ਵਾਲੀ ਪੀਪੀ ਮੱਲੋ ਜਰੀ ਮੋੜ ਦਿੱਤੀ। ਇਹ ਨਹੀਂ ਹੋਣਾ ਕਾਕਾ, ਜਿੱਥੋਂ ਅਸੀਂ ਖਾਵਾਂ ਪੀਵਾਂਗੇ ਉੱਥੇ ਹੀ ਇਹ ਖਾਊ ਪੀਊ। ਤੇ ਮੈਂ ਚੁਬਾਰੇ 'ਚ ਪੜ੍ਹਨ ਜਾ ਬੈਠਾ। ਥੋੜਾ ਸਮਾਂ ਹੀ ਲੰਘਿਆ ਸੀ ਕਿ ਵੱਡੇ ਚੁਬਾਰੇ ਵਾਲੀ ਕਿਰਾਏਦਾਰ ਆ ਗਈ। ਉਹ ਮੇਰੇ ਪਿੰਡ ਬਾਰੇ, ਪਰਿਵਾਰ ਬਾਰੇ ਪੁੱਛਦੀ ਰਹੀ ਤੇ ਫਿਰ ਜੰਗਲੇ ਕੋਲ ਖਲੋ ਕੇ ਅੰਬੋ ਨੂੰ ਆਖਣ ਲੱਗੀ, ਤੁਹਾਡੀ ਨਣਦ ਦਾ ਪੋਤਾ ਤਾਂ ਬਹੁਤਾ ਹੀ ਸੰਗਾਲੂ ਹੈ ਮਾਂ ਜੀ, ਪਹਿਲੀ ਵਾਰ ਆਇਆ ਹੈ, ਵਿਚਾਰਾ ਸੰਗਣਾ ਤਾਂ ਹੋਇਆ ਹੀ। ਅੰਬੋ ਬੋਲੀ ਤੇ ਫਿਰ ਉਹਨੂੰ ਮੇਰੀ ਪੜ੍ਹਾਈ ਦਾ ਖਿਆਲ ਆ ਗਿਆ। ਕੁਲਵਿੰਦਰੇ, ਤੂੰ ਬਿੰਦੇ ਝੱਟੇ ਬਹੁਤਾ ਨਾ ਬੁਲਾਈ ਕਾਕੇ ਨੂੰ, ਪਰਸੋਂ ਨੂੰ ਪਰਚਾ ਹੈ। ਤਾਂ ਕੁਲਵਿੰਦਰ ਨਾਂ ਸੀ ਵੱਡੇ ਚੁਬਾਰੇ ਵਾਲੀ ਕਿਰਾਏਦਾਰ ਦਾ। ਨਾ, ਆਪਾਂ ਪੜ੍ਹਦੇ ਨੂੰ ਕਾਹਨੂੰ ਬੁਲਾਉਣੇ ਆ, ਮੈਂ ਤਾਂ ਉਹ ਆਖਦੀ ਸੀ ਵੀ ਸੰਗ ਦਾ ਜਮਾ ਨਿਆਣਿਆਂ ਵਾਂਗੂ ਹੈ। ਉਹ ਹੱਸ ਪਈ। ਨਿਆਣਾ ਹੀ ਤਾਂ ਹੈ, ਅੰਬੋ ਨੇ ਹੇਠਾਂ ਤੋਂ ਆਖਿਆ। 10ਵੀਂ ਦਾ ਤਾਂ ਇਮਤਿਹਾਨ ਦੇਣਾ ਅਜੇ। ਕਈ ਬੱਚੇ ਉਹੀ ਹੁੰਦੜ ਹੇਲ ਹੁੰਦੇ ਨੇ, ਹੱਡਾਂ ਪੈਰਾਂ ਦੇ ਮੋਕਲੇ। ਅੰਬੋ ਦੀ ਗੱਲ ਠੀਕ ਸੀ। ਉਮਰ ਤਾਂ ਮੇਰੀ ਅਜੇ ਸਾਰੀ 14 ਸਾਲ ਸੀ। ਵੱਧ ਉਮਰ ਲਿਖਾ ਕੇ ਮੈਨੂੰ 4 ਸਾਲ ਦੇ ਨੂੰ ਪੜ੍ਹਨ ਪਾ ਦਿੱਤਾ ਗਿਆ ਸੀ। ਨਰੋਆ ਹੋਣ ਕਰਕੇ ਦੇਖਣ 'ਚ ਮੈਂ ਜ਼ਰੂਰ ਕੁਝ ਵੱਡਾ ਲੱਗਦਾ ਸੀ। ਉਂਝ ਅਜੇ ਮੇਰੇ ਗੋਰੇ ਗੋਲ ਮਟੋਲ ਚਿਹਰੇ ਉੱਤੇ ਮੁੱਛਾਂ ਦੀ ਲੂਈ ਵੀ ਨਹੀਂ ਸੀ ਫੁੱਟੀ ਤੇ ਬਹੁਤਾ ਸਮਾਂ ਮੈਂ ਛੋਟੇ ਚੁਬਾਰੇ 'ਚ ਹੀ ਰਹਿੰਦਾ। ਹੇਠਾਂ ਵੀ ਕੋਈ ਬਹੁਤੇ ਜੀ ਨਹੀਂ ਸੀ। ਅੱਜ ਕੱਲ੍ਹ ਤਾਂ ਅੰਬੋ ਕੱਲੀ ਸੀ। ਇੱਕ ਪੁੱਤਰ ਉਹਦਾ ਪਟਿਆਲੇ ਨੌਕਰੀ ਕਰਦਾ ਸੀ ਤੇ ਟੱਬਰ ਨਾਲ ਉੱਥੇ ਹੀ ਰਹਿੰਦਾ ਸੀ ਤੇ ਦੂਜਾ ਰਾਮੇ ਮੰਡੀ ਵੱਲ ਕਿਸੇ ਪਿੰਡ 'ਚ ਪੜ੍ਹਾਉਂਦਾ ਸੀ। ਉਹਦਾ ਪਰਿਵਾਰ ਅੰਬੋ ਕੋਲ ਰਹਿੰਦਾ ਸੀ ਤੇ ਬੱਚਿਆਂ ਦੇ ਇਮਤਿਹਾਨ ਖਤਮ ਹੋ ਜਾਣ ਕਰਕੇ ਉਹਨਾਂ ਨੂੰ ਲੈ ਕੇ ਕੁਝ ਦਿਨਾਂ ਲਈ ਪੇਕੀ ਮਿਲਣ ਚਲੀ ਗਈ ਸੀ ਤੇ ਹਰ ਵਿਸ਼ੇ ਦੇ 2-2 ਪਰਚੇ ਸਨ ਤੇ ਪਰਚਿਆਂ ਵਿੱਚ ਘਰ 1-1 2-2 ਛੁੱਟੀਆਂ ਵੀ ਹੋਣੀਆਂ ਸਨ। ਕਈ ਪਰਚਿਆਂ ਲਈ ਤਾਂ ਇਹ ਤੋਂ ਵੀ ਵੱਧ ਦਿਨ ਪੜ੍ਹਨ ਵਾਸਤੇ ਮਿਲ ਜਾਣੇ ਸਨ। ਕੁਲਵਿੰਦਰ ਦਾ ਪਤੀ ਮੁਲਾਜ਼ਮ ਸੀ। ਉਹਨੂੰ ਤੋਰ ਕੇ ਉਹ ਛੇਤੀ ਘਰ ਦੇ ਕੰਮ ਮੁਕਾ ਲੈਂਦੀ ਤੇ ਵਿਹਲੀ ਹੋ ਜਾਂਦੀ। ਉਹ ਕੋਈ ਕੱਪੜਾ ਕੱਢਣ ਲੱਗਦੀ ਜਾਂ ਕਰੋਸ਼ੀਏ ਨਾਲ ਕੁਝ ਬੁਣਨ ਲੱਗਦੀ ਜਾਂ ਫਿਰ ਉਹ ਹੇਠਲੇ ਗੁਆਂਢੀਆਂ ਦੇ ਬੱਚੇ ਨੂੰ ਆਵਾਜ਼ ਮਾਰ ਲੈਂਦੀ। ਰਬੜ ਦੇ ਬਾਵੇ ਵਰਗਾ ਗੋਬੜਾ ਜਿਹਾ ਮੁੰਡਾ ਉਹਦੇ ਕੋਲ ਆਉਂਦਾ ਤਾਂ ਉਹ ਕਿੰਨਾ ਚਿਰ ਉਹਦੇ ਨਾਲ ਖੇਡਦੀ ਰਹਿੰਦੀ। ਉਹਨੂੰ ਪੈਰਾਂ ਉੱਤੇ ਬਿਠਾ ਕੇ ਝੂਟੇ ਮਾਟੇ ਕਰਦੀ, ਉਹਦਾ ਮੂੰਹ ਚੁੰਮਦੀ, ਚੱਟਦੀ, ਉਹਦੇ ਕੁੱਤਕੁਤਾੜੀਆਂ ਕੱਢਦਿਆਂ ਉਹਨੂੰ ਹਸਾ ਕੇ ਸਾਹੋ ਸਾਹ ਕਰਦੀ ਰਹਿੰਦੀ ਤੇ ਆਪ ਹੱਸ ਕੇ ਲੋਟ-ਪੋਟ ਹੁੰਦੀ ਰਹਿੰਦੀ। ਕਦੀ ਉਹਨੂੰ ਮੰਜੇ ਉੱਤੇ ਲਟਾ ਕੇ ਉਹਦੇ ਉੱਤੇ ਝੁਕੀ ਉਹਨੂੰ ਕੰਨਾਂ ਬਾਟੀ ਕੁਰਰ ਕਰਦੀ ਤੇ ਕਦੀ ਉਹਨੂੰ ਆਪਣੀ ਹਿੱਕ ਉੱਤੇ ਪਾ ਕੇ ਉਹਦਾ ਨੱਕ ਆਪਦੇ ਨੱਕ ਨਾਲ ਰਗੜਦੀ ਰਹਿੰਦੀ। ਅਜਿਹੇ ਸਮੇਂ ਲੱਗਦਾ ਜਿਵੇਂ ਉਹਨੂੰ ਆਲੇ ਦੁਆਲੇ ਦੀ ਜਾਂ ਦੁਨੀਆ ਜਹਾਨ ਦੀ ਕੋਈ ਖਬਰ ਨਾ ਹੋਵੇ। ਬੱਚੇ ਨਾਲੋਂ ਆਪ ਵੀ ਬੱਚਾ ਬਣ ਕੇ ਬਿਲਕੁਲ ਮਸਤ ਹੋ ਜਾਂਦੀ, ਨਾ ਕਿਸੇ ਕੰਮ ਦੀ ਚਿੰਤਾ, ਨਾ ਕੋਈ ਕਾਹਲ। ਕਦੀ ਉਹ ਮੇਰੇ ਕੋਲ ਛੋਟੇ ਚੁਬਾਰੇ 'ਚ ਆ ਖਲੋਂਦੀ ਤੇ ਹੌਲੀ ਨਿੱਕੀਆਂ ਗੱਲਾਂ ਕਰਦੀ, ਪਰ ਛੇਤੀ ਆਖਦੀ, ਹਾਂ ਸੱਚ, ਤੇਰਾ ਤਾਂ ਪਰਚਾ ਹੈ, ਤੂੰ ਪੜ੍ਹ, ਮੈਂ ਚੱਲਦੀ ਆਂ। ਫਿਰ ਉਹ ਆਪਣਾ ਕੰਮ ਲਿਆ ਕੇ ਮੇਰੇ ਚੁਬਾਰੇ 'ਚ ਬੈਠਣ ਲੱਗੀ। ਮੇਰੇ ਪੜ੍ਹਦੇ ਕੋਲ ਬੈਠ ਕੇ ਉਹ ਸੂਈ ਨਾਲ ਤੋਪੇ ਜਾਂ ਕਰੋਸ਼ੀਏ ਨਾਲ ਕੁੰਡੇ ਪਾਉਣ ਲੱਗਦੀ। ਮੈਨੂੰ ਆਖਦੀ, ਤੂੰ ਪੜ੍ਹਦਾ ਰਹਿ, ਮੈਂ ਤੈਨੂੰ ਬੁਲਾਉਂਦੀ ਨਹੀਂ, ਤੂੰ ਆਪਦਾ ਕੰਮ ਕਰ, ਮੈਂ ਆਪਦਾ ਕੰਮ ਕਰਦੀ ਆਂ। ਇਉਂ ਅਸੀਂ ਆਪਣਾ ਕੰਮ ਕਰਦੇ ਰਹਿੰਦੇ। ਪਰ ਜਦੋਂ ਕਦੀ ਮੇਰੀ ਨਜ਼ਰ ਆਪਣੀ ਕਿਤਾਬ ਤੋਂ ਹਟ ਕੇ ਉਹਦੇ ਵੱਲ ਹੁੰਦੀ, ਉਹ ਪਹਿਲਾਂ ਹੀ ਸਿੱਧੀ ਮੇਰੇ ਚਿਹਰੇ ਵੱਲ ਦੇਖ ਰਹੀ ਹੁੰਦੀ। ਉਹ ਚੰਬੇਲੀ ਦੇ ਫੁੱਲ ਵਾਂਗ ਮੁਸਕਰਾ ਕੇ ਬੁੱਲਾਂ 'ਚ ਹੀ ਆਖਦੀ, ਪੜ੍ਹ, ਧਿਆਨ ਲਾ ਕੇ ਪੜ੍ਹ, ਚੰਗੇ ਨੰਬਰ ਆਉਣ। ਕਈ ਵਾਰ ਉੱਠਦੀ ਤੇ ਬੱਤੀਆਂ ਵਾਲੇ ਸਟੋਵ ਉੱਤੇ ਚਾਹ ਦੀਆਂ 2 ਪਿਆਲੀਆਂ ਬਣਾ ਲਿਆਉਂਦੀ
ਪਲੇਟ 'ਚ ਖਾਣ ਲਈ ਵੀ ਕੁਝ ਰੱਖਿਆ ਹੁੰਦਾ, ਖੋਏ ਦੀਆਂ ਪਿੰਨੀਆਂ, ਬਿਸਕਿਟ, ਕੋਈ ਮਠਿਆਈ ਜਾਂ ਕੁਝ ਹੋਰ। ਉਹਦਾ ਪਤੀ ਆ ਜਾਂਦਾ ਤਾਂ ਘਰ ਦੇ ਕੰਮਾਂ 'ਚ ਉਲਝ ਜਾਂਦੀ। ਅਗਲੀ ਸਵੇਰ ਉਹਦੇ ਤੁਰ ਜਾਣ ਤੋਂ ਪਹਿਲਾਂ ਉਹਨੂੰ ਮੇਰੇ ਕੋਲ ਆਉਣ ਦੀ ਜਾਂ ਮੇਰੇ ਨਾਲ ਕੋਈ ਗੱਲ ਕਰਨ ਦੀ ਵੀ ਵਿਹਲ ਨਾ ਮਿਲਦੀ। ਪਹਿਲਾ ਐਤਵਾਰ ਆਇਆ, ਉਹਦਾ ਪਤੀ ਪਿੰਡ ਚਲਾ ਗਿਆ। ਉਹ ਚੁਬਾਰੇ ਅੱਗੇ ਖਿੰਡਿਆ ਭਾਂਡਾ ਟੀਂਡਾ ਸਾਂਭਣ ਲੱਗ ਪਈ। ਕਾਕਾ, ਅੱਜ ਐਤਵਾਰ ਹੈ, ਇਸ ਵਕਤ ਤੇ ਕੇਸ ਧੋ ਲਈ। ਹੇਠਾਂ ਤੋਂ ਅੰਬੋ ਨੇ ਆਵਾਜ਼ ਦਿੱਤੀ, ਮੈਂ ਪਾਣੀ ਗਰਮ ਰੱਖਦੀ ਹਾਂ। ਕੁਲਵਿੰਦਰ ਉੱਠ ਕੇ ਜੰਗਲੇ ਕੋਲ ਗਈ। ਮਾਂ ਜੀ, ਗਰਮ ਪਾਣੀ ਦਾ ਵੱਡਾ ਪਤੀਲਾ ਤਾਂ ਠੰਡਾ ਹੋਈ ਜਾਂਦਾ ਹੈ। ਸੋਚਿਆ ਸੀ ਛੇਤੀ ਨਹਾਉਂਗੀ, ਪਰ ਕੰਮ ਹੀ ਨਹੀਂ ਮੁੱਕਿਆ। ਇੱਥੇ ਹੀ ਨਹਾ ਲਵੇ ਚੁਬਾਰੇ 'ਚ। ਪੁੱਛ ਲੈ ਤੂੰ ਕੁਲਵਿੰਦਰ ਇਹਨੂੰ, ਜੇ ਹੁਣੇ ਨਹਾਉਂਦਾ ਹੈ ਤਾਂ, ਅੰਬੋ ਨੇ ਬੜੇ ਸਹਿਜ ਨਾਲ ਜਵਾਬ ਦਿੱਤਾ। ਕੁਲਵਿੰਦਰ ਮੈਨੂੰ ਉਠਾ ਕੇ ਆਪਣੇ ਨਾਲ ਲੈ ਗਈ। ਉਹਨੇ ਤੱਤਾ ਠੰਡਾ ਪਾਣੀ ਸਮੋ ਕੇ ਭਰੀ ਹੋਈ ਬਾਲਟੀ ਚੁਬਾਰੇ ਦੇ ਅੰਦਰ ਇੱਕ ਪਾਸੇ ਬਣੇ ਥੜੇ ਕੋਲ ਰੱਖਤੀ। ਕੇਸ ਭਿਉਂ ਕੇ ਮੈਂ ਸਾਬਣ ਮਲਣ ਲੱਗ ਪਿਆ। ਉਹਨੇ 2 ਘੜੀਆਂ ਕੋਲ ਖਲੋ ਕੇ ਦੇਖਿਆ ਤੇ ਬੋਲੀ, ਇਉਂ ਹੌਲੀ ਹੌਲੀ ਮਲੇਂਗਾ ਤਾਂ ਸਾਬਣ ਕੇਸਾਂ 'ਚ ਜੰਮ ਨਹੀਂ ਜਾਊ। ਉਹਨੇ ਟਿੱਕੀ ਮੇਰੇ ਹੱਥੋਂ ਫੜ ਲਈ ਤੇ ਕੇਸ ਝੱਗੋ ਝੱਗ ਕਰਤੇ। ਸਿਰ ਧੋ ਕੇ ਉਹਨੇ ਕਿਹਾ, ਜੂੜਾ ਕਰ ਲੈ, ਤੇਲ ਕੇਸ ਸੁੱਕਿਆਂ ਤੋਂ ਲਾ ਦਿਆਂਗੀ। ਮੈਂ ਆਖਣਾ ਚਾਹੁੰਦਾ ਸੀ, ਮੇਰੀ ਮਾਂ ਤਾਂ ਨਾਲ ਦੀ ਨਾਲ ਤੇਲ ਲਾ ਕੇ ਪਾਣੀ ਪਾ ਦਿੰਦੀ ਹੁੰਦੀ ਹੈ, ਪਰ ਕੁਛ ਨਾ ਆਖਿਆ। ਉਹ ਦੂਜੀ ਬਾਲਟੀ 'ਚ ਹੋਰ ਪਾਣੀ ਸਮਾਉਣ ਲੱਗੀ। ਮੈਂ ਪਿੰਡਾ ਗਿੱਲਾ ਕਰਕੇ ਸਾਬਣ ਮਲ ਲਈ। ਲਿਆ ਪਿੱਠ ਮਲਦਿਆਂ। ਸਾਬਣ ਲਾ ਕੇ ਉਹ ਮੇਰਾ ਪਿੰਡਾ ਮਲਣ ਲੱਗੀ। ਮੋਢੇ, ਬਾਹਾਂ, ਪਿੱਠ, ਛਾਤੀ, ਲੱਤਾਂ, ਪੈਰ। ਉਹ ਮਲਦੀ ਵੀ ਜਾਂਦੀ ਤੇ ਮੇਰੇ ਅੰਗ ਅੰਗ ਨੂੰ ਨਹਾਰਦੀ ਵੀ ਜਾਂਦੀ। ਫਿਰ ਉਹ ਇੱਕਦਮ ਖੜੀ ਹੋਈ, ਹੱਥ ਧੋਤੇ ਦੋਵਾਂ ਚੁਟਕੀਆਂ 'ਚ ਮੇਰੀਆਂ ਗੱਲਾਂ ਫੜਦਿਆਂ, ਹੱਸ ਕੇ ਮੇਰੇ ਨੱਕ ਨਾਲ ਨੱਕ ਰਗੜਦਿਆਂ, ਮੇਰੇ ਪੱਟ ਉੱਤੇ ਪੋਲੀ ਜੀ ਚੁੰਡੀ ਵੜਦਿਆਂ ਹੌਲੀ ਜੇ ਬੋਲੀ, ਬਾਕੀ ਪਿੰਡਾ ਆਪੇ ਮਲ ਲੈ ਬੇਸ਼ਰਮਾ। ਮੈਂ ਸੰਗ ਕੇ ਮੂੰਹ ਉੱਤੇ ਸਾਬਣ ਵਾਲੇ ਹੱਥ ਮਲੇ ਤੇ ਪਿੰਡੇ ਉੱਤੇ ਪਾਣੀ ਪਾਉਣ ਲੱਗਿਆ। ਉਹ ਚੁਬਾਰੇ ਦੇ ਬਾਹਰ ਮੰਜੇ ਉੱਤੇ ਥੱਕਿਆਂ ਵਾਂਗ ਲੰਮੀ ਪੈ ਗਈ। ਕਿੰਨਾ ਹੀ ਚਿਰ ਉਹ ਅਹਿਲ ਅਬੋਲ ਪਈ ਰਹੀ। ਫਿਰ ਉੱਠ ਕੇ ਘਰ ਸਾਂਭਿਆ, ਠੰਡੇ ਪਾਣੀ ਨਾਲ ਕੇਸ ਧੋ ਕੇ ਨਹਾ ਲਈ। ਪਿਛਲੇ ਪੈਰ 'ਚੋਂ ਤੇਲ ਵਾਲੀ ਸ਼ੀਸ਼ੀ ਲੈ ਕੇ ਮੇਰੇ ਚੁਬਾਰੇ 'ਚ ਆ ਗਈ। ਪਹਿਲਾਂ ਉਹਨੇ ਮੇਰੇ ਕੋਲ ਬੈਠ ਕੇ ਆਪਣੇ ਸਿਰ ਨੂੰ ਤੇਲ ਲਾਇਆ, ਫਿਰ ਮੇਰੀ ਕਿਤਾਬ ਫੜ ਕੇ ਲਾਂਭੇ ਰੱਖਦਿਆਂ ਮੇਰੇ ਸਿਰ ਨੂੰ। ਉਹ ਮੇਰੇ ਕੇਸਾਂ ਦੀਆਂ ਬਰੀਕ ਬਰੀਕ ਚੀਰਨੀਆਂ ਕੱਢ ਰਹੀ ਸੀ ਤੇ ਉਹਨਾਂ ਵਿੱਚ ਤੇਲ ਦੇ ਭਿੱਜੇ ਪੋਟੇ ਰਗੜ ਰਹੀ ਸੀ। ਇੱਕ ਪੁੜਪੁੜੀ ਤੋਂ ਸ਼ੁਰੂ ਕਰਕੇ ਦੂਜੀ ਤੱਕ ਪਹੁੰਚਦਿਆਂ ਉਹਨੇ ਕਿੰਨਾ ਹੀ ਚਿਰ ਲਾਤਾ। ਉਹਨੂੰ ਤੇਲ ਪਰੇ ਰੱਖਦਿਆਂ ਦੇਖ ਮੈਂ ਕਿਹਾ, ਮੇਰੀ ਤਾਂ ਧੌਣ ਆਕੜ ਕੇ ਦੁਖਣ ਲੱਗ ਪਈ ਤੇ ਖੜਾ ਹੋ ਕੇ ਮੈਂ ਧੌਣ ਨੂੰ ਇੱਧਰ ਉੱਧਰ ਫੇਰਿਆ। ਉਹਨੇ ਖੜੀ ਹੋ ਕੇ ਦੋਵਾਂ ਹਥੇਲੀਆਂ ਨਾਲ ਮੇਰੀਆਂ ਗੱਲਾਂ ਘੁੱਟੀਆਂ, ਮੇਰਾ ਸਿਰ ਸੱਜੇ ਖੱਬੇ ਮੋੜਿਆ। ਫਿਰ ਉਹਨੇ ਦੋਵਾਂ ਗੱਲਾਂ ਉੱਤੇ ਪੋਲੇ ਪੋਲੇ ਲਫੇੜੇ ਮਾਰੇ, ਜੋ ਇੰਨੇ ਪੋਲੇ ਵੀ ਨਹੀਂ ਸਨ, ਤੇ ਉਸੇ ਤਰ੍ਹਾਂ ਚੰਬੇਲੀ ਵਾਂਗ ਮੁਸਕਰਾ ਕੇ ਬੋਲੀ, ਤੇਰੀ ਧੌਣ ਦੁਖਣ ਲੱਗ ਪਈ, ਤੇਰੇ ਵੜਕੇ ਦੇ ਸਿਰ 'ਚ ਤੇਲ ਝੱਸਦੀ ਤੇ ਮੇਰੇ ਪੋਟੇ ਨਹੀਂ ਦੁਖਣ ਲੱਗੇ। ਤੇ ਮਗਰੋਂ ਵੀ ਉਹਨੇ ਕਈ ਵਾਰ ਕਦੀ ਪਾਣੀ ਵਾਧੂ ਪਿਆ, ਕਦੀ ਕੁਝ ਹੋਰ ਆਖ ਕੇ ਮੈਨੂੰ ਇਉਂ ਹੀ ਨਵਾਇਆ, ਕਦੀ ਪਿੰਡੇ, ਕਦੀ ਕੇਸੀ। ਉਹਦੀ ਉਮਰ ਤਾਂ ਮਸਾਂ 25 ਸਾਲਾਂ ਦੀ ਹੋਏਗੀ। ਉਹਦੇ ਪਤੀ ਦੀ ਦਾੜੀ 'ਚ ਧੌਲੇ ਵਾਲ ਆ ਵੀ ਗਏ ਸੀ। ਉਂਝ ਤਾਂ ਧੌਲੇ ਹੁਣ ਕਿਸੇ ਵੀ ਉਮਰ 'ਚ ਆ ਜਾਂਦੇ ਆ, ਪਰ ਉਹ ਤਾਂ ਇਹਦੇ ਨਾਲੋਂ ਕਾਫੀ ਵੱਡਾ ਹੀ ਸੀ। ਐਤਵਾਰੇ ਵਾਲੇ ਦਿਨ ਉਹ ਕੇਸ ਧੋ ਕੇ ਮੋਚਣੇ ਨਾਲ ਦਾੜੀ ਚੁਗਦਾ, ਸ਼ੀਸ਼ੇ ਨੂੰ ਸਾਹਮਣੇ ਟਿਕਾ ਕੇ ਕਿੰਨਾ ਹੀ ਚਿਰ ਉਹ ਦਾੜੀ ਨੂੰ ਵਿਰਲਾਂ ਦੇ ਕੇ ਇੱਕ ਇੱਕ ਧੌਲਾ ਖਿੱਚਦਾ ਰਹਿੰਦਾ। ਉਹਨੂੰ ਇਉਂ ਕਰਦਾ ਵੇਖ ਕੇ ਮੇਰੀਆਂ ਗੱਲਾਂ ਦੁਖਣ ਲੱਗ ਪੈਂਦੀਆਂ। ਮੈਂ ਹੈਰਾਨ ਹੁੰਦਾ ਕਿਉਂ ਇੰਨਾ ਔਖਾ ਹੁੰਦਾ ਏ, ਤੇ ਮੈਨੂੰ ਉਦੋਂ ਇਸ ਗੱਲ ਦਾ ਪਤਾ ਸੀ ਵੀ ਤਿਲਕਦੀ ਜਾਂਦੀ ਜਵਾਨੀ ਨੂੰ ਰੋਕਣ ਦੇ ਤਰਲੇ ਸਨ ਵਿਚਾਰੇ ਦੇ। ਉਹਦੇ ਕੇਸ ਸੁੱਕ ਕੇ ਵਾਹੁਣ ਵਾਲੇ ਹੋ ਜਾਂਦੇ। ਕਿਤੇ ਜਾ ਕੇ ਉਹ ਸ਼ੀਸ਼ਾ ਮੋਚਣਾ ਰੱਖਦਾ, ਖੜਾ ਹੋ ਕੇ ਸਰੀਰ ਦੀ ਆਕੜ ਭੰਦਾ, ਫਿਰ ਉਹ ਆਵਾਜ਼ ਦਿੰਦਾ, ਕੁਲਵਿੰਦਰ ਕੁਰੇ, ਚਾਹ ਬਣਾ ਕੇ ਰਾਂ, ਪਿਆਲੀ ਕੰਡੇਦਾਰ ਜੀ, ਸੁਸਤੀ ਲਾਈਏ ਸਰੀਰ ਦੀ। ਉਮਰੋਂ ਛੋਟੀ ਹੋਣ ਦੇ ਨਾਲ ਨਾਲ ਕੁਲਵਿੰਦਰ ਉਹਦੇ ਨਾਲੋਂ ਤਕੜੀ ਵੀ ਬਹੁਤੀ ਦਿਸਦੀ ਸੀ, ਪਰ ਕਦੀ ਕਦੀ ਲੱਗਦਾ ਜਿਵੇਂ ਉਹ ਐਵੇਂ ਦੇਖਣ ਨੂੰ ਹੀ ਤਕੜੀ ਹੋਵੇ। ਕਈ ਵਾਰ ਉਹ ਮੇਰੇ ਪੜਦੇ ਕੋਲ ਬੈਠ ਕੇ ਕਢਾਈ ਬੁਣਾਈ ਕਰਦਿਆਂ ਜਾਂ ਮੈਨੂੰ ਨਹਾਉਂਦਿਆਂ ਜਾਂ ਹੇਠਲੇ ਗੁਆਂਢੀਆਂ ਦੇ ਮੁੰਡੇ ਨਾਲ ਖੇਡਦਿਆਂ ਹੀ ਥੱਕ ਜਾਂਦੀ। ਅਜਿਹੇ ਮੌਕੇ ਉਹ ਮੰਜੀ ਤੇ ਲੰਮੀ ਪੈ ਜਾਂਦੀ। ਮੇਰੇ ਧਿਆਨ ਮੁੱਕ ਗਏ। ਅੱਜ ਮੈਂ ਪਿੰਡ ਚਲੇ ਜਾਣਾ ਸੀ। ਕਾਕੇ, ਕਿਤਾਬਾਂ ਕੱਪੜੇ ਹੇਠਾਂ ਲੈ ਆ, ਮੈਂ ਰੋਟੀ ਪਕਾਉਣੀ ਆ, ਅੰਬੋ ਨੇ ਹੇਠਾਂ ਤੋਂ ਕਿਹਾ। ਕੁਲਵਿੰਦਰ ਨੇ ਮੇਰੇ ਨਾਲ ਕਿਤਾਬਾਂ ਬਣਾਈਆਂ, ਕੱਪੜੇ ਤੈਅ ਕਰਕੇ ਥੈਲੇ 'ਚ ਪਾਤੇ। ਹੁਣ ਕਦੋਂ ਆਏਂਗਾ? ਉਹਨੇ ਹੌਲੀ ਜਿਹੀ ਪੁੱਛਿਆ, ਤੇ ਫਿਰ ਇੱਕਦਮ ਮੈਨੂੰ ਆਪਦੇ ਨਾਲ ਘੁੱਟ ਕੇ ਬੋਲੀ, ਆਈ ਕਦੇ ਜ਼ਰੂਰ, ਨਤੀਜਾ ਨਿਕਲੇ ਤੋਂ ਆਈ, ਪਾਸ ਹੋਇਆ ਦੱਸਣ। ਠੋਡੀ ਫੜ ਕੇ ਉਹਨੇ ਮੇਰਾ ਮੂੰਹ ਉਤਾਂਹ ਚੁੱਕਿਆ ਤੇ ਫਿਰ ਹੇਠਲੇ ਗੁਆਂਢੀਆਂ ਦੇ ਬੱਚੇ ਵਾਂਗ ਹੀ ਮੈਨੂੰ ਬੁੱਲਾਂ ਤੋਂ ਚੁੰਮ ਕੇ ਬੋਲੀ, ਪਾਸ ਹੋਣ ਦੀ ਮਠਿਆਈ ਲੈ ਕੇ ਆਈ ਮੇਰੇ ਵਾਸਤੇ, ਲੱਡੂਆਂ ਜਿਹਾ, ਬਹੁਤ ਸਾਰੀ। ਤੇ ਉਹਦਾ ਇਉਂ ਕਹਿਣਾ ਕਰਨਾ ਮੈਨੂੰ ਚੰਗਾ ਤਾਂ ਬਹੁਤ ਲੱਗਿਆ, ਪਰ ਨਾਲ ਹੀ ਸੰਗ ਜੀ ਆ ਗਈ। ਮੈਂ ਪੁੱਠੇ ਹੱਥ ਨਾਲ ਆਪਣੇ ਬੁੱਲ ਪੂੰਝ ਲਏ। ਆ ਜਾ ਕਾਕੇ, ਫੁਲਕਾ ਲੈ ਗਿਆ, ਅੰਬੋ ਨੇ ਆਵਾਜ਼ ਦਿੱਤੀ। ਜਾ ਰੋਟੀ ਖਾ ਲੈ ਜਾ ਕੇ। ਉਹਨੇ ਮੈਨੂੰ ਇੱਕ ਵਾਰ ਫਿਰ ਬੁੱਕਲ 'ਚ ਘੁੱਟ ਲਿਆ। ਆਪਣੇ ਕੰਨ ਕੋਲ ਹੁੰਦੀ ਧੱਕ ਧੱਕ ਤੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਦਿਲ ਇੰਨੇ ਜ਼ੋਰ ਦੀ ਧੜਕਦਾ ਹੁੰਦਾ ਹੈ।
ਮੈਂ ਕਿਤਾਬਾਂ ਤੇ ਕੱਪੜੇ ਚੁੱਕਣ ਲੱਗ ਪਿਆ। ਉਹ ਚੁਬਾਰੇ ਅੱਗੇ ਮੰਜੇ ਉੱਤੇ ਜਾ ਪਈ। ਕੋਲੋਂ ਦੀ ਲੰਘਦਿਆਂ ਮੈਂ ਫਤਿਹ ਬੁਲਾਈ। ਉਹ ਬੋਲਣ ਦੀ ਥਾਂ ਸੁੱਕੇ ਨੀਰਸ ਬੁੱਲਾਂ ਨਾਲ ਖੋਖਲਾ ਤੇ ਨਿਰਜਿੰਦ ਜਿਹਾ ਮੁਸਕਰਾਈ। ਮੈਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ, ਪਰ ਕਾਲਜ ਦੇ ਦਾਖਲੇ ਦੇ ਚੱਕਰ 'ਚ ਬਠਿੰਡੇ ਨਾ ਜਾ ਸਕਿਆ। ਪਿੱਛੋਂ ਵੀ ਪੜ੍ਹਾਈ ਕਾਰਨ ਬਸ ਕਦੀ ਜਾਇਆ ਹੀ ਨਾ ਗਿਆ। ਮਨ 'ਚ ਆਉਂਦਾ ਅੰਬੋ ਕੀ ਕਹੇਗੀ। ਇਮਤਿਹਾਨ ਵੇਲੇ ਰਹਿਣ ਦਾ ਗਾਉਂ ਕੱਟ ਕੇ ਫਿਰ ਗੇੜਾ ਹੀ ਨਹੀਂ ਮਾਰਿਆ। ਕੁਲਵਿੰਦਰ ਵੀ ਯਾਦ ਆਉਂਦੀ, ਕਿੰਨਾ ਲਾਡ ਕਰਦੀ ਸੀ ਮੇਰੇ ਨਾਲ। BA ਕਰਕੇ ਮੈਂ ਕਿਸੇ ਕੋਰਸ ਵਿੱਚ ਦਾਖਲੇ ਦੀ ਉਡੀਕ ਕਰ ਰਿਹਾ ਸੀ। ਵਿਹਲੇ ਨਾਲੋਂ ਗਿਆਨੀ ਦੀਆਂ ਕਿਤਾਬਾਂ ਹੀ ਲੈ ਆਇਆ। ਕਹਾਣੀਆਂ ਪੜ੍ਹਨ ਦਾ ਸ਼ੌਕ ਪਹਿਲਾਂ ਤੋਂ ਹੀ ਸੀ। ਸਭ ਤੋਂ ਪਹਿਲਾਂ ਮੈਂ ਇਹੋ ਕਿਤਾਬ ਹੀ ਖੋਲ ਲਈ, ਸੁਜਾਨ ਸਿੰਘ ਦੀ ਸਭ ਰੰਗ ਸੀ। ਕਹਾਣੀ ਰਾਸ ਲੀਲਾ ਪੜ੍ਹ ਰਿਹਾ ਸੀ ਤਾਂ 4 ਸਾਲਾਂ ਦੀ ਕੰਧ ਢਾਹ ਕੇ ਕੁਲਵਿੰਦਰ ਮੇਰੇ ਸਾਹਮਣੇ ਆ ਖਲੋਤੀ। ਮੇਰੇ ਪਰਦੇ ਕੋਲ ਬੈਠ ਕੇ ਕਢਾਈ ਦੇ ਤੋਪੇ ਜਾਂ ਬੁਣਾਈ ਦੇ ਕੁੰਡੇ ਪਾਉਂਦੀ ਕੁਲਵਿੰਦਰ। ਮੇਰੇ ਵੱਲ ਇੱਕ ਟੱਕ ਵੇਖਦੀ ਰਹਿੰਦੀ ਕੁਲਵਿੰਦਰ। ਮੈਨੂੰ ਮਲ ਕੇ ਨਹਾਉਂਦੀ ਕੁਲਵਿੰਦਰ ਤੇ ਫਿਰ ਥੱਕ ਟੁੱਟ ਕੇ ਮੰਜੇ ਉੱਤੇ ਲੰਮੀ ਪੈ ਜਾਂਦੀ ਕੁਲਵਿੰਦਰ। ਕਹਾਣੀ ਇੱਕੋ ਸਾਏ ਮੁਕਾ ਕੇ ਮੈਂ ਬਠਿੰਡੇ ਪਹੁੰਚ ਗਿਆ। ਅੰਬੋ ਘਰ ਹੀ ਸੀ। ਉਹ 4 ਸਾਲ ਨਾ ਮਿਲਣ ਦਾ ਗਿਲਾ ਵੀ ਕਰਦੀ ਰਹੀ ਤੇ ਪਿਆਰ ਵੀ ਕਰਦੀ ਰਹੀ। ਕਿੰਨਾ ਸੋਹਣਾ ਜਵਾਨ ਨਿਕਲਿਆ। ਸੁੱਖ ਨਾਲ ਨਜ਼ਰ ਤਿਲਕਦੀ ਹੈ ਚਿਹਰੇ ਤੋਂ। ਉਹ ਮੁੜ ਆਖਦੀ। ਦਿਲ ਕੀਤਾ ਪੌੜੀਆਂ ਜਾ ਚੜਾਂ, ਪਰ ਅੰਬੋ ਤੋਂ ਸੰਗ ਗਿਆ। ਫਿਰ ਭੁੱਲੀ ਹੋਈ ਗੱਲ ਅਚਾਨਕ ਚੇਤੇ ਆਉਣ ਵਾਂਗ ਪੁੱਛਿਆ, ਸੱਚ ਅੰਬੋ, ਉਤਲਿਆਂ ਦਾ ਕੀ ਹਾਲ ਹੈ? ਕੁਲਵਿੰਦਰ ਤੇ ਉਹਦੇ ਘਰ ਵਾਲੇ ਦਾ। ਕੁਲਵਿੰਦਰ? ਅੰਬੋ ਇੱਕ ਪਲ ਤਾਂ ਉਲਝ ਜੀ ਗਈ, ਪਰ ਫਿਰ ਛੇਤੀ ਚੇਤੇ ਕਰ ਗਈ। ਅੱਛਾ, ਉਹ ਤਾਂ ਭਾਈ ਤੇਰੇ ਇਮਤਿਹਾਨ ਤੋਂ ਮਹੀਨਾ ਕੁ ਮਗਰੋਂ ਹੀ ਚਲੇ ਗਏ ਸੀ। ਬਦਲੀ ਹੋ ਗਈ ਸੀ ਕਿੱਥੋਂ ਦੀ ਹੋ ਗਈ ਸੀ ਬਦਲੀ? ਮੈਂ ਕਾਹਲੀ ਨਾਲ ਪੁੱਛਿਆ। ਪਤਾ ਨਹੀਂ ਭਾਈ, ਜਲੰਧਰ ਦੀ ਕਿ ਲੁਧਿਆਣੇ ਦੀ, ਕੁਝ ਦੱਸ ਕੇ ਤਾਂ ਗਈ ਸੀ। ਖਬਰੇ ਹੁਸ਼ਿਆਰਪੁਰ ਦੀ। ਅੰਬੋ ਲਾਪਰਵਾਹੀ ਨਾਲ ਬੋਲੀ। ਕਿਹੜੇ ਮਹਿਕਮੇ 'ਚ ਸੀ ਭਲਾ ਉਹਦਾ ਘਰ ਵਾਲਾ? ਮੈਂ ਕਿਵੇਂ ਨਾ ਕਿਵੇਂ ਪੈੜ ਕੱਢ ਲੈਣੀ ਚਾਹੁੰਦਾ ਸੀ। ਪਤਾ ਨਹੀਂ ਪੁੱਤ, ਆਪਾਂ ਤਾਂ ਕਿਰਾਏਦਾਰਾਂ ਨੂੰ ਕਦੇ ਪੁੱਛੀਆਂ ਨਹੀਂ ਬਹੁਤੀਆਂ ਗੱਲਾਂ। ਕੀ ਲੋੜ ਆਪਾਂ ਨੂੰ? ਸਵੇਰੇ ਚਲਿਆ ਜਾਂਦਾ ਸੀ, ਸ਼ਾਮੀ ਆਉਂਦਾ ਸੀ। ਪਤਾ ਨਹੀਂ ਕਿੱਥੇ ਕੰਮ ਕਰਦਾ ਸੀ। ਅੰਬੋ ਦੀਆਂ ਗੱਲਾਂ ਨੇਰੀ ਵਾਂਗ ਕੁਲਵਿੰਦਰ ਦੀਆਂ ਪੈੜਾਂ ਨੂੰ ਮੇਟਦੀਆਂ ਜਾ ਰਹੀਆਂ ਸੀ। ਚੁਬਾਰੇ ਅੱਗੇ ਮੰਜੇ ਉੱਤੇ ਪੈਂਦੀ ਕੁਲਵਿੰਦਰ ਵਾਂਗ ਮੈਂ ਲੰਮਾ ਪੈ ਗਿਆ। ਸਫ਼ਰ ਦਾ ਥਕੇਵਾਂ ਹੋ ਗਿਆ। ਆਰਾਮ ਕਰਕੇ ਨਹਾ ਲਈ। ਆ ਜਵਾਨੀ ਤੇ ਆ ਥਕੇਵਾਂ। ਅੰਬੋ ਮੁਸਕਰਾਈ। ਮੈਂ ਕੁਛ ਨਾ ਬੋਲਿਆ, ਬਸ ਮੁਸਕਰਾ ਦਿੱਤਾ। ਉਹ ਖੋਖਲੀ ਤੇ ਨਿਰਜਿੰਦ ਮੁਸਕਰਾਹਟ ਜੋ ਇਮਤਿਹਾਨ ਮਗਰੋਂ ਮੈਨੂੰ ਤੋਰਨ ਵੇਲੇ ਕੁਲਵਿੰਦਰ ਦੇ ਸੁੱਕੇ ਨੀਰਸ ਬੁੱਲਾਂ ਉੱਤੇ ਸੀ, ਸ਼ਾਇਦ ਇਹ ਅੰਬੋ ਦੀ ਗੱਲ ਦੇ ਜਵਾਬ ਵਿੱਚ ਨਹੀਂ, ਕੁਲਵਿੰਦਰ ਦੇ ਸਦਾ ਲਈ ਤੁਰ ਰਹੀ ਹੋਣ ਕਰਕੇ ਬੁੱਲਾਂ ਉੱਤੇ ਆਈ ਸੀ। ਧੰਨਵਾਦ।